और असी लिखत पढ़ लवांगे उन्नी देर तक। और लिखत है दूसरा पत्रस और उसकी 4 आयत प्रभु के वचन के विचों पढ़ांगे। असी दूसरा पत्रस और उसका दूसरा अध्याय और उसकी असी 4थी आयत नूं प्रभु के वचन के विचों पढ़ांगे। क्योंकि जदों परमेश्वर ने दूतां नूं जिस वेले उन्हां पाप कीता ना छड्डिया, सगों उन्हां नूं नरक विच सुੱਟ के अंधकूपां विच पा दिता बई न्याय दे लई काबू रहन, अते ना पुराने संसार नूं छड्डिया, सगों जिस वेले कुधर्मियां दे संसार उत्ते परलो आंदी तां नूह नूं ਜਿਹੜਾ ਧਰਮ ਦਾ ਪ੍ਰਚਾਰਕ ਸੀ 7 ਹੋਰਨਾਂ ਸਣੇ ਬਚਾ ਲਿਆ। 6ਵੀਂ ਆਇਤ ਪਾਸਲਾਰਸ ਨਾਲ 6ਵੀਂ 7ਵੀਂ ਪਤਰਸ ਦੂਸਰਾ ਪਤਰਸ 2 ਦੇ 6 7 ਅਤੇ ਸਦੂਮ ਅਮੂਰਾ ਦੇ ਨਗਰਾਂ ਨੂੰ ਸੁਆਹ ਕਰਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਹਨਾਂ ਨੂੰ ਉਹਦੇ ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ। ਖੁਦਾਵੰਦ ਬਹੁਤ ਵੱਡੀ ਬਰਕਤ ਹੋਵੇ। ਬੜੀ ਆਦਤੀ ਨਾਲ ਅਸੀਂ ਬੈਠਾਂਗੇ ਔਰ ਅੱਜ ਦਾ ਸੰਦੇਸ਼ ਹੈ ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ। ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ। प्रभु बहुत वड्डी बरकत होवे। तो असी कैदी रूहां नूं वेखदे हां ते कैदी बंदियां नूं भी औरतां नूं भी इस संसार दे विच वेखदे हां। अजीजो जदों कोई गलती करदा है, चोर बनदा है, डाके मारन वाला बनदा है, खूनी बनता है और फिर अपने गुआंढी नूं मारन वाला बनता है। ये जो इस तरह करता है तो पुलिस आ जाती आ और पुलिस केस दर्ज कर लेती। और जो केस दर्ज हो जाता है तो फिर असीं वेखते हाँ कि वो केस दी जिस परचे ते जिस धारा के नाल वो लिखा गया है उस धारा के मुताबिक फिर जज न्याय करता है। और जो जज न्याय करता है किसी नूं 3 साल की कैद होंदी है, किसी नूं 10 साल की कैद होंदी आ, किसी नूं 5 साल की कैद होंदी आ। फिर वो कैद विचों छुट नहीं सकती। मैं बेनती करता हाँ संदेश है वो रूहां जेड़ियां कैद विच हन। इस करके असीं देखते हाँ कि जदों कोई पाप करता है और फिर पाप नूं लुकाउंदा है और एवें एवें चंगा बनता है जबकि वो चंगा हुंदा नहीं। ये ओदा दिल उहनूं दसी जाता अंदरों भाई तू एवें मुंह तो बड़ा वधिया ना बन, क्योंकि हिरदा जिहड़ा है वो खराब चल रहा है। ज़ेमिया 17 की 9 आयत विच लिखा होया है कि दिल सब चीजां नालों धोखेबाज है अते पुज के खराब। मेरे अजीजों अज असी किसी दूसरे के झाती नहीं मारनी, पर अज असी अपने दिल दे उत्ते झाती मारनी आ। क्योंकि जिहड़ा दिल है एक भावें साडे अंदर एक
ਸਾਡੇ ਬਾਡੀ ਨੂੰ ਜਿਉਂਦਾ ਰੱਖਦਾ ਹੈ, ਨਸਾਂ ਨਾੜੀਆਂ ਵਿੱਚ ਲਹੂ ਚੱਲਦਾ ਰਹਿੰਦਾ ਹੈ, ਔਰ ਸਿਰ ਤੋਂ ਲੈ ਕੇ ਪੈਰਾਂ ਦੇ ਨੌਹਾਂ ਤੱਕ ਇਹ ਖੂਨ ਪਹੁੰਚਾਉਂਦਾ ਹੈ। ਪਰ ਨੰਬਰ 2 ਜਦੋਂ ਬਾਈਬਲ ਬੋਲਦੀ ਹੈ ਤੇ ਉਹ ਵਚਨ ਕਹਿੰਦਾ ਹੈ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ ਅਤੇ ਪੁੱਜ ਕੇ ਖਰਾਬ ਹੈ। ਮੇਰੇ ਅਜੀਜ਼ੋ, ਕੁਝ ਲੋਕ ਧਾਰਮਿਕਤਾ ਦਾ ਰੂਪ ਧਾਰਦੇ ਨੇ ਔਰ ਦੂਸਰਿਆਂ ਨੂੰ ਬੜੇ ਵਧੀਆ ਲੱਗਦੇ ਨੇ, ਪਰ ਦਿਲ ਜਿਹੜਾ ਹੈ ਉਹ ਠੀਕ ਨਹੀਂ ਹੁੰਦਾ। ਹਾਲੇਲੂਇਆ। ਜੇ ਯਿਸੂ ਦੀ ਪੁੱਛੀਏ, ਸਾਡੇ ਮਸੀਹਾ ਦੀ ਪੁੱਛੀਏ, ਉਹਨੂੰ ਪੁੱਛੀਏ ਜਿਹੜਾ ਦਿਲਾਂ ਨੂੰ ਜਾਂਚਣ ਵਾਲਾ ਹੈ, ਤੇ ਉਹ ਪ੍ਰਕਾਸ਼ 3 ਦੀ 20 ਵਿੱਚ ਖਲੋਂਦਾ ਹੈ। ਕਿੱਥੇ ਖਲੋਂਦਾ ਹੈ? ਬੂਹੇ ਉੱਤੇ ਖਲੋਂਦਾ ਹੈ। ਹਾਲੇਲੂਇਆ। ਨਾ ਤੇ ਬੂਹਾ ਲੱਕੜੀ ਦਾ ਹੈ, ਨਾ ਇਹ ਸਟੀਲ ਦਾ ਹੈ, ਨਾ ਇਹ ਮਤਲਬ ਹੋਰ ਕਿਸੇ ਚੀਜ਼ ਦਾ ਬੂਹਾ ਹੈ, ਪਰ ਇਹ ਦਿਲ ਦਾ ਦਰਵਾਜ਼ਾ। ਯਿਸੂ ਇੱਥੇ ਆਉਣਾ ਚਾਹੁੰਦਾ ਹੈ। ਕਈਆਂ ਨੇ ਗਾਇਆ ਤੇ ਕਿਹਾ, ਦਿਲ ਦੇ ਬੂਹੇ ਤੇ ਯਿਸੂ ਖੜਕਾਉਂਦਾ ਏ, ਖੋਲ ਦਿਲ ਵਾਲਾ ਬੂਹਾ ਉੱਤੇ ਆਉਣਾ ਚਾਹੁੰਦਾ ਹੈ। ਮੇਰੇ ਅਜ਼ੀਜ਼ੋ, ਦਿਲ ਦੇ ਅੰਦਰ ਯਿਸੂ ਆ ਜਾਏਗਾ, ਹੱਥ ਉਠਾ ਕੇ ਆਖੋ ਦਿਲ ਹੀ ਬਦਲ ਜਾਏਗਾ। ਹਾਲੇਲੂਇਆ। ਅੱਖਾਂ ਬਦਲ ਜਾਣਗੀਆਂ, ਕੰਨ ਬਦਲ ਜਾਣਗੇ, ਮੂੰਹ ਜ਼ੁਬਾਨ ਬਦਲ ਜਾਏਗੀ, ਮੂੰਹ ਪ੍ਰਭੂ ਦੀ ਤਾਰੀਫ ਕਰਨ ਵਾਲਾ ਬਣ ਜਾਏਗਾ। ਐਸਾ ਮੂੰਹ ਨਹੀਂ ਜਿਹੜਾ ਐਸੀ ਜ਼ੁਬਾਨ ਵੀ ਹੈ ਕੁਝ ਲੋਕਾਂ ਕੋਲ, ਜਿਹੜੇ ਮੂੰਹ ਤੋਂ ਪ੍ਰਭੂ ਪ੍ਰਭੂ ਕਹਿੰਦੇ ਨੇ, ਔਰ ਮੱਤੀ 7:21 ਚ ਲਿਖਿਆ ਹੈ, ਜਿਹੜਾ ਮੈਨੂੰ ਹੇ ਪ੍ਰਭੂ ਕਹਿੰਦਾ ਹੈ, ਉਹ ਸਵਰਗ ਵਿੱਚ ਨਹੀਂ ਜਾਏਗਾ, ਬਲਕਿ ਉਹ ਜਾਏਗਾ ਜਿਹੜਾ ਮੇਰੇ ਪਿਤਾ ਦੀ ਮਰਜ਼ੀ ਦੇ ਉੱਤੇ ਚੱਲਦਾ ਹੈ। ਅੱਜ ਕਿਸੇ ਦੀ ਜਾਂਚ ਨਹੀਂ ਕਰਨੀ। ਇਹ ਸੰਦੇਸ਼ ਸਖਤ ਪੈ ਰਹੇ ਨੇ ਇਹਨਾਂ ਦਿਨਾਂ 'ਚ, ਕਿਉਂਕਿ ਯਿਸੂ ਮਸੀਹ ਤਾਲੀਆਂ ਵਜਾ ਕੇ ਆਖੋ ਜਲਦੀ ਆ ਜਾਣ ਵਾਲਾ ਹੈ। ਅੱਜ ਦੂਜਿਆਂ ਦੀਆਂ ਗੱਲਾਂ ਛੱਡ ਦਿਓ, ਆਪਣੀ ਵਧੀਆ ਲੜਾਈ ਲੜੋ, ਕਿਉਂਕਿ ਸਾਡੀ ਲੜਾਈ ਇੱਕ ਚੱਲ ਰਹੀ ਆ, ਔਰ ਹੋਰ ਕਿਸੇ ਨਾਲ ਨਹੀਂ, ਗੁਆਂਢੀ ਨਾਲ ਨਹੀਂ, ਕਿਸੇ ਮਤਲਬ ਹੋਰ ਨਾਲ ਨਹੀਂ, ਇਹ ਦਿਲ ਦੀ ਲੜਾਈ ਚੱਲ ਰਹੀ ਹੈ। ਕਿਉਂਕਿ ਅਸੀਂ ਦੇਖਦੇ ਹਾਂ ਇਸ ਲੜਾਈ ਵਿੱਚ ਬਹੁਤ ਸਾਰੇ ਹਾਰ ਚੁੱਕੇ ਨੇ। ਅਫਸੀਆਂ 6:10 ਚ ਲਿਖਿਆ, ਮੁਕਤ ਦੀ ਗੱਲ, ਪ੍ਰਭੂ ਦੇ ਪਰਾਕਰਮ ਅਤੇ ਉਹਦੀ ਸ਼ਕਤੀ ਵਿੱਚ ਤਗੜੇ ਹੋਵੋ, ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਹੈ, ਸਗੋਂ ਅੰਧਕਾਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਦੇ ਨਾਲ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਇਸ ਸੰਦੇਸ਼ ਦੀ ਗਰਾਊਂਡ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਤਿੱਖੀਆਂ ਆਇਤਾਂ ਦਿੱਤੀਆਂ ਜਾਣ, ਦਿਲ ਦੇ ਧੋਖੇ ਨੂੰ ਕੀ ਕਰ ਦੇਣ, ਬਾਹਰ ਕੱਢ ਦੇਣ। ਐਵੇਂ ਆਪਣੇ ਦਿਲ ਨੂੰ ਧੋਖਾ ਨਾ ਦਿਓ, ਕਿਉਂਕਿ ਅਸੀਂ ਯਿਸੂ ਕੋਲ ਚਲੇ ਜਾਣਾ ਹੈ। ਹਾਲੇਲੂਇਆ। ਮੇਰੇ ਅਜੀਜ਼ੋ, ਲਿਖਿਆ ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ, ਅੱਜ ਉਹ ਕੈਦ ਹੋ ਚੁੱਕੀਆਂ ਹੋਈਆਂ ਨੇ, ਕਿਤੇ ਭੱਜ ਨਹੀਂ ਸਕਦੀਆਂ, ਕਿਉਂਕਿ ਉਹਨਾਂ ਨੇ ਆਪਣੇ ਜਿਉਂਦੇ ਜੀ ਵਧੀਆ ਕੰਮ ਨਹੀਂ
संदेश के विरोध भी चले, प्रचार करने वाले के विरोध विच भी वो चले ने। और असी देखते हाँ ये जिहड़ा चर्च है इत्थे असी इस करके आउंदे हाँ कि असी प्रभु दा की सुनिए, वचन सुनिए। इसे करके यीशु मसीह ने प्रकाश की पोथी 2:3 तक 7 वारी क्या है, जीते कान हन सो सुने। भाई आत्मा कलीसिया नूं मैं सुना रहा हाँ, मैं तुहाडे मूहां वल वेखना वा। भाई तुसीं सुन रहे हो या नहीं सुन रहे, बेशक कोई गल नहीं, मैं बुढ़ा बंदा हाँ, पर मैं दूर तक वेखांगा भाई तुसी किवें सुनते हो। हालेलुया। इस करके मेरे अजीजो मैं फिर दोबारा पढ़ लगा, भावें भाई प्रेम ने पढ़ दिता है, पास्टर लॉरेंस ने पढ़ दिता है, और मैं फिर अपनी अख नाल पढ़ना चाहूंगा। लिखत इंजी है ए दूसरा पतरस 2:4 है, क्योंकि जदों परमेश्वर ने दूतां नूं जिस वेले उन्हां पाप कीता तां ना छड्डिया सगों उन्हां नूं नरक विच सुੱਟ के अंत कुप्पां विच पा दिता, न्यों दे लई काबू रहन, तां जो न्याय वाले दिन तीकर की रहन काबू रहन। जे खुदा फरिश्ते नहीं छड्ड सकदा ते फिर अपना अज फिक्र करो भाई मैं किस तरह चल रहा, मैं किस तरह चल रही हाँ, क्योंकि ये जिहड़ा वचन है इसकी गारंटी बड़ी तगड़ी गारंटी है। और इसकी गारंटी जिहड़ी है वो किसी होर ने नहीं दिती, बल्कि इसकी गारंटी बाइबल के वचन की गारंटी ये यीशु मसीह का वचन है। और मत्ती 24:35 के अंदर ये लिखत है गारंटी वाली। उसने क्या, जमीन अते आसमान टल जाएंगे पर मेरे मुंह दे कहे हुए वचन कदे नहीं टलणगे। जिहड़ा तुसीं वचन सुन रहे हो इसकी बड़ी जबरदस्त गारंटी है। इसकी इन्नी जबरदस्त गारंटी आ भाई तुसीं बहाना भी नहीं ला सकते, क्योंकि बहाने लाने वाला एक अध्याय लिख के बाइबल च रखा हुआ। ये किहड़ा अध्याय है भला बाइबल के विद्यार्थी पढ़ सकते? ये मत्ती 22 अध्याय आ, बहाने लाने वाला अध्याय। और असा एक बहाना नहीं लाना, बल्कि असी चुक जाना ते कहना प्रभु मैनू की कर दे, माफ कर दे। अज माफ कर देवेगा, पर याद रखो जो समा निकल गया ते फिर वो माफ नहीं करेगा। तो मैं दूसरा हवाला मत्ती 22:11 का हवाला देन लग गया। 8, 9, 11 3 आयतां ने बड़े प्यार नाल, बड़े आदर नाल, बड़ी इज्जत नाल अपनी बाइबल खोलो और मत्ती 22:8 तो पढ़ना शुरू करो। मत्ती 22:8। तब उसने अपने चाकरां नूं आख्या, ब्याह दा समान ते तैयार है, पर सद्दे हुए की ने? नलायक ने। इस करके असीं देखदे हां जिन्हां नूं उहने सद्दिया है वो नलायक निकले ने, लायक नहीं गए, नलायक बन के होए ने। क्यों? इस करके भी ये बहाने लाउंदे ने। बहाने लाउण वाले लोग स्वर्ग दे वासी है नहीं गे, क्योंकि उन्होंने जिदन एक बहाना लाया दूसरे
शैतान ने कहना दो डबल कर, शैतान ने की कहना बहाने लाने वाले डबल बहाने ला, जो उन्हें डबल बहाना लाया ते उन्हें फिर कहना 4 नंबर ला दे, फिर 4 नंबर बहाना लग गया, समझ लो काम खराब हो गया। काम की हो गया? खराब हो गया। जिंदगी दे दिन किसे होर पासे नूं चलन लग पे। कुछ लोग चलती संगत विच फुट्टा पाउण लई आउंदे ने। मेरे अजीजो, फुट की है भला? एक खरबूजा हुंदा सी, ਉਹ ਜਦੋਂ ਲੋਕ खा पी ਲੈਂਦੇ ਸਨ, फिर एक होर हुंदी सी, हुंदी जो तोरी वांगू लम्मी सी, पर ਉਹਨੂੰ ਕੀ ਕਹਿੰਦੇ ਸੀ? फुट ਕਹਿੰਦੇ ਸੀ। और ਉਹ फुट की सी? ਉਹ ਚਾਰੀ ਪੱਕ ਕੇ ਆਪ ਹੀ ਫਟ ਜਾਂਦੀ ਸੀ। और ਉਹਨੂੰ ਕੀ ਕਿਹਾ ਜਾਂਦਾ ਸੀ? फुट ਕਿਹਾ ਜਾਂਦਾ ਸੀ। खुदा ਤੁਹਾਨੂੰ बहुत ਵੱਡੀ बरकत देवे। अपने अंदर खुदा दे वचन नूं रख लो। कोई कुछ कहंदा परवाह तक ना करो, कोई की कहंदा, पर असीं ओह मनना जो यीशु कहंदा है। असीं ओह मनना जो यीशु कहंदा है। अगर तुसीं ये नहीं मन सकदे ते याद रखो काम खराब हो जाएगा, क्योंकि उन्हें दूतां नूं नहीं छड्डिया, ਜਿਹੜੇ ਫਰਿਸ਼ਤੇ ਸੀ ਉਹਨਾਂ ਨੂੰ ਨਹੀਂ ਛੱਡਿਆ, ਤੇ ਫਿਰ ਮੈਨੂੰ ਤੇ ਤੁਹਾਨੂੰ ਗਰੀਬਾਂ ਨੂੰ ਕੌਣ ਛੱਡੇਗਾ? ਇਸ ਕਰਕੇ ਖੁਦਾ ਦੇ ਵਚਨ ਦੇ ਨਾਲ ਆਗਿਆਕਾਰ ਹੋ ਜਾਓ। ਔਰ ਜਿਹੜੇ ਲੋਕ ਕਹਿੰਦੇ ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ, ਉਹਨਾਂ ਨੂੰ ਆਖੋ ਤੂੰ ਮੇਰਾ ਨਹੀਂ, ਯਿਸੂ ਮੇਰਾ ਹੈ। ਜਿਹੜੇ ਕਹਿੰਦੇ ਨੇ ਤੂੰ ਮੇਰਾ, ਤੂੰ ਮੇਰਾ, ਇਹਨਾਂ ਦਾ ਖਹਿੜਾ ਛੱਡ ਦਿਓ और आखो यीशु तू मेरी जिंदगी दा मालक है। तां तुसी इस कैद दे विचों छुट जाओगे और प्रभु तुहानू बहुत वड्डी बरकत देवे। तो असीं मत्ती दी अंजील पढ़ी है और असां इक्को ही आयत पढ़ी है। जे तुसी 8 पढ़ ली है, कृपा करके 9, 10 ते 11 पढ़। सो तुसी चुराहिਆਂ ਵਿੱਚ ਜਾਓ, सो तुसी चुराहिਆਂ ਵਿੱਚ जाओ, ਅਤੇ ਜਿੰਨੇ ਤੁਹਾਨੂੰ ਮਿਲਣ, ਜਿੰਨੇ ਤੁਹਾਨੂੰ ਮਿਲਣ, ਵਿਆਹ ਵਿੱਚ ਸੱਦ ਲਿਓ, ਉਹਨਾਂ ਨੂੰ ਵਿਆਹ ਵਿੱਚ ਸੱਦ ਲਿਓ। ਪੜਾਂਗੇ ਤਾਂ ਉਹ ਚਾਕਰ ਰਸਤਿਆਂ ਉੱਤੇ, ਉਹ ਚਾਕਰ ਰਸਤਿਆਂ ਦੇ ਉੱਤੇ ਬਾਹਰ ਜਾ ਕੇ बुरे भले जिन्ने मिले सबना को इकट्ठे कर लिया, सबना इकट्ठे कर लिया। कोई किसी ने आखा कि मैं नहीं उस घर विच जान के मैं लायक नहीं गा, और मैं गरीब हाँ, मेरे कपड़े भी माड़े ने। और नौकरां ने कहा नहीं, उत्थे नवे कपड़े रखे हुए आ, तू आ जा, उत्थे विआहने कपड़े हैगे ने, ढेर लगे हुए ने। उस बादशाह दे फाटक दे दो ही पासी आ जाओ, जिन्ने हैगे जे माड़े चंगे सब आ जाओ। आए सब? तालियां बजाओ सारे आके। क्योंकि जेडे सद्दे होए सी ओ की ने, ओ नलायक निकले ने। उन्हां नूं लायक होना चाहिदा सी, पर ओ नलायक निकले, अपनियां सोचां विच नकम्मे हो गए। अपनियां सोचां विच की हो गए? नकम्मे हो गए। पढ़ांगे वो सारे आ गए ਅਤੇ बुरे भले जिन्ने मिले सबना ਨੂੰ ਇਕੱਠੇ ਕਰ ਲਿਆਏ। ਹਾਂਜੀ ਪੜਾਂਗੇ ਅਤੇ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ। ਆਮੀਨ, ਹਾਲੇਲੂਇਆ। ਵਿਆਹ ਵਾਲਾ ਘਰ ਕਿਹਨਾਂ ਨਾਲ ਭਰ ਗਿਆ? ਮੇਲੀਆਂ ਦੇ ਨਾਲ ਭਰ ਗਿਆ। ਮੇਲੀ ਕਿਹੋ ਜਿਹੇ ਨੇ? ਕਿਹੋ ਜਿਹੇ ਨੇ? ਆ ਹੁਣੇ ਪੜਿਆ ਹੈ ਕਿਹੋ ਜਿਹੇ ਨੇ? ਜਿੰਨੇ ਭਲੇ ਬੁਰੇ ਜਿੰਨੇ ਮਿਲੇ ਉਹਨਾਂ ਸਾਰਿਆਂ ਨੂੰ ਲੈ ਆਂਦਾ। ਹਾਲੇਲੂਇਆ। ਯਿਸੂ ਸਭਨਾਂ ਨੂੰ ਮਾਫ ਕਰਨ ਦੀ ਸ਼ਕਤੀ
डरो ना, मेरे को गलती हो गई आ, डरो ना मेरे को झूठ बोलिया गया, डरो ना मेरे को की हो गया, बस यीशु मसीह दे कोल आ जाओ, ओ तुहानू माफ कर देगा। और जो माफ करता है ते कोई तुहाडे उत्ते दोष ला नहीं सकता, क्योंकि असी देखते हैं यीशु ने सानू की कर दिता, हाथ उठा के आपको माफ कर दिता होया है। हालेलुया, हालेलुया। बहुत सारे लोग इस तरीका नगर चर्च तो कन्नियां कतराउंदे ने, ਉਹ ਕਹਿੰਦੇ ਨੇ नहीं नहीं ਉੱਥੇ नहीं जाना। मैं ਤੈਨੂੰ सच आखा, बदरूआं भी इस चर्च तो कन्नी कतराउंदियां ने, ਉਹ ਕਹਿੰਦੀਆਂ ਹੋਰ ਜਿੱਥੇ मर्जी ਲੈ ਜਾਓ ਉੱਥੇ असां नहीं जाना, क्योंकि ਇੱਥੇ सच्चाई ਦਾ ਜਿਉਂਦਾ वचन है। हालेलुया। और ਇਹ ਤੁਹਾਡੀਆਂ ਦੁਆਵਾਂ ਪ੍ਰਾਰਥਨਾ ਦਾ ਸੰਦੇਸ਼ है। हालेलुया। ਅਸੀਂ ਪੜਾਂਗੇ 11 ਆਇਤ। जब पातशाह मेलियां नूं वेखण अंदर आया, तद उत्थे एक मनुख नूं डिठा जेड़ा विआहना कपड़ा पहनिया होया ना सी पड़ांगे, उन्होंने आख्या तू इत्थे विआहने कपड़े बाजों किस तरह तू अंदर आ गया है, पढ़ांगे। पर वो की रह गया, वो चुप ही रह गया, पढ़ांगे। तद पातशाह ने टहलुआं नूं आख्या, जिहदे हाथ पैर बन के, उन्हें आख्या पहला इहदे की बन जो हाथ बन दो पिए मतलब बावां ना मार सके, पहला इहदे हाथ बनो, फिर की बन दो पैर बन दो पिए किते दौड़ ना सके, ਇਹਦੇ ਹੱਥ ਪੈਰ ਬੰਨ ਕੇ ਇਹਨੂੰ ਕਿੱਥੇ ਸੁੱਟੋ, ਬਾਹਰਲੇ ਅੰਧਕੂਰ ਵਿੱਚ, ਕੁੱਪ ਹਨੇਰ ਵਿੱਚ ਇਹਨੂੰ ਕੀ ਕਰ ਦਿਓ, ਸੁੱਟ ਦਿਓ। ਕਿੱਥੇ ਸੁੱਟ ਦਿਓ ਉਹਨੂੰ, ਕੁੱਪ ਹਨੇਰ ਵਿੱਚ ਸੁੱਟ ਦਿਓ। ਬਸ ਇਹ ਸੁੱਟਿਆ ਗਿਆ, ਉਹਨਾਂ ਫੜਿਆ, ਹੱਥ ਬੰਨੇ ਪੈਰ ਬੰਨੇ ਤੇ ਉਹਨੂੰ ਬਾਹਰਲੇ ਅੰਧੇਰ ਵਿੱਚ ਕੁੱਪ ਹਨੇਰ ਵਿੱਚ ਸੁੱਟ ਦਿੱਤਾ। ਹਾਲੇਲੂਇਆ। ਜਦ ਇਹਨੂੰ ਕੁੱਪ ਹਨੇਰ ਵਿੱਚ ਸੁੱਟ ਦਿੱਤਾ ਤੇ ਫਿਰ ਕੀ ਹੋਇਆ, ਨਿਕਲ ਆਏਗਾ ਉਹ? ਕੀ ਤੁਹਾਡਾ ਖਿਆਲ ਹੈ ਕਿ ਉਹਨੂੰ ਨਿਕਲ ਆਏਗਾ? ਹੱਥ ਤੋਂ ਇਹਨੇ ਨਹੀਂ ਤੇ ਨਿਕਲਣਾ, ਇਹ ਨਿਕਲੇਗਾ, ਖੁਦਾ ਕੱਢੇਗਾ ਜਦੋਂ ਖੁਦਾਵੰਦ ਯਿਸੂ ਮਸੀਹ प्रकाश की पोथी 20:11 आयत जड़ी आ, फिर यूहन्ना जेड़ा प्रकाश की पोथी लिखन वाला है, उन्हें क्या मैं एक चिट्टा सिंहासन वेख्या, और जेड़ा ओदे उत्ते विराजमान सी, ओदे सामने धरती भी नस गई, आसमान भी नस गया, और मुर्दे जिहड़े सी ओनू ओ आगे तां जो उन्हां दा की कीता जाए, न्याय कीता जाए, उन्हां दा की कीता जाए, न्याय कीता जाए। थोड़ी बात तो याद रखो, हुण असीं देखदे हां एक मुर्दे दा न्याय थोड़ा बड़ियां जाणियां दा होना, जिन्हां नूं ने कुੱਪ हनेर विच बंद कर दिता होया है। और साडे युग दे नबी ब्रदर ब्रहणम ने क्या है, ओ रूहां जेड़ियां कैद विच हन, ओ रूहां जेड़ियां किथे ने, कैद दे विच हन। असीं उन्हां नूं पढ़ रहे सी, मैं 7वीं आयत पढ़ रहा हां, और लिखत कहती है, अते लूत नूं जेड़ा धर्मी सी ਅਤੇ ਦੁਸ਼ਟਾਂ ਦੇ ਲੁੱਟ ਪੁਣੇ ਦੀ ਚਾਲ ਦੇ ਵਿੱਚ, ਚਾਲ ਦੁਸ਼ਟਾਂ ਦੇ ਲੁੱਟ ਪੁਣੇ ਤੋਂ ਜਿੱਤ ਹੁੰਦਾ ਸੀ ਔਰ ਬਚਾ ਲਿਆ, ਕਿਉਂ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ
ਵੇਖ ਸੁਣ ਕੇ ਦਿਨੋਂ ਦਿਨ ਆਪਣੀ ਜਾਨ ਨੂੰ ਕੀ ਕਰਦਾ ਸੀ? ਉਹਨਾਂ ਦੇ ਭੈੜਿਆਂ ਕਰਮਾਂ ਤੋਂ ਦੁਖੀ ਕਰਦਾ ਸੀ। ਅੱਜ ਜਿਹੜੇ ਸਾਡੇ ਨਿਸ਼ਚਾਵਾਨ ਭਰਾ ਨੇ, ਸਾਡੀਆਂ ਨਿਸ਼ਚਾਵਾਨ ਭੈਣਾਂ ਧੀਆਂ ਬੇਟੀਆਂ ਨੇ, ਉਹ ਪਰੇਸ਼ਾਨ ਹੁੰਦੇ ਨੇ, ਬਾਈਬਲ ਪੜ੍ਹਦੇ ਨੇ, ਦੁਨੀਆ ਨੂੰ ਵੇਖਦੇ ਨੇ, ਦੁਨੀਆ ਦੇ ਹਾਲਾਤ ਵੇਖਦੇ ਨੇ ਤੇ ਆਪਣੀ ਜਾਨ ਨੂੰ ਉਹ ਕਹਿੰਦੇ ਨੇ, ਹੇ ਪ੍ਰਭੂ ਮੈਨੂੰ ਬਚਾ, ਹੇ ਪ੍ਰਭੂ ਮੈਨੂੰ ਕੀ ਕਰ ਬਚਾ ਲਾ। ਹਾਲੇਲੂਇਆ। ਇਹਨਾਂ ਦਿਨਾਂ ਦੇ ਅੰਦਰ ਅਸੀਂ ਫਿਲਮੀ ਸਿਤਾਰਿਆਂ ਵਰਗੇ ਕੱਪੜੇ ਨਹੀਂ ਪਾਉਣੇ। ਉਹ ਜਿਹੜੇ ਕੱਪੜੇ ਪਾਉਂਦੇ ਨੇ ਅਸੀਂ ਉਹਨਾਂ ਦੀ ਰੀਸ ਤੱਕ ਨਹੀਂ ਕਰਨੀ। ਸੋਹਣੇ ਕੱਪੜੇ ਪਾਉਣੇ ਨੇ ਕਿਉਂਕਿ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਆਉਂਦੇ ਨਾ। ਇਸ ਕਰਕੇ ਇਜ਼ੇਬਲ ਦਾ ਨਿਸ਼ਾਨ ਨਹੀਂ ਲਾਉਣਾ, ਨਾ ਆਪਣੇ ਹੱਥਾਂ ਤੇ ਔਰ ਨਾ ਕਿਸੇ ਤੇ ਲਾਉਣਾ ਹੈ। ਕਿਉਂ? ਅਸੀਂ ਖੁਦਾ ਦੇ ਬੱਚੇ ਹਾਂ। ਹਾਲੇਲੂਇਆ। ਸਾਡੀਆਂ ਬੀਬੀਆਂ ਭੈਣਾਂ ਧੀਆਂ ਬੇਟੀਆਂ ਸਾਰਾ ਦੀਆਂ ਬੱਚੀਆਂ ਨੇ। ਹਾਲੇਲੂਇਆ। ਸਾਰਾ ਆਪਣੇ ਪਤੀ ਨੂੰ ਸਵਾਮੀ ਕਹਿੰਦੀ ਸੀ। ਇਸ ਕਰਕੇ ਅੱਜ ਅਸੀਂ ਦੇਖਦੇ ਹਾਂ ਇਸ ਜਗਤ ਨੇ ਕੀ ਕਰ ਸੁੱਟਿਆ ਹੈ। ਅੱਜ ਔਰਤਾਂ ਆਪਣੇ ਘਰ ਵਾਲੇ ਦਾ ਨਾਂ ਲੈਂਦੀਆਂ ਨੇ, ਨਾਂ ਤੇ ਨਿਆਣਿਆਂ ਦਾ ਲਈਦਾ। ਇਹ ਕੀ ਕਰਦੀਆਂ ਨੇ? ਉਸ ਨਾਲ ਕਹਿੰਦੇ ਬਹੁਤ ਪੜ੍ਹੀਆਂ ਲਿਖੀਆਂ ਨੇ, ਪਰ ਘਰ ਵਾਲੇ ਦਾ ਕੀ ਲੈਂਦੀਆਂ ਨੇ? ਨਾਂ ਲੈਂਦੀਆਂ ਨੇ। ਇਹ ਇੱਕ ਭਲਾ ਰਲ ਜਾਂਦੀਆਂ ਉੱਥੇ ਸਾਰਾ ਦੇ ਨਾਲ। ਜਿਹੜੀਆਂ ਕਹਿੰਦੀਆਂ ਸੁਣੋ ਫਲਾਣੇ ਸੁਣੋ, ਕੀ ਸੁਣੋ? ਨਾਂ ਲੈਂਦੀਆਂ ਨੇ ਜਿਸ ਨਾਲ ਨਿਆਣਿਆਂ ਦਾ ਨਾਂ ਲੈਂਦਾ। ਇਹਨਾਂ ਕੰਮਾਂ ਤੋਂ ਬਚਣਾ ਅਸਾਂ ਆਪਣੇ ਪਤੀ ਦੀ ਇੱਜ਼ਤ ਕਰਨੀ ਹੈ। ਹਾਲੇਲੂਇਆ। ਔਰ ਭਾਈ ਲੋਕ ਜਿਹੜੇ ਨੇ ਆਪਣੀ ਜੀਵਨ ਸਾਥਣ ਦੀ ਕੀ ਕਰਨੀ ਆ? ਇੱਜ਼ਤ ਕਰਨੀ ਹੈ। ਐਵੇਂ ਨਹੀਂ ਚਪੇੜ ਲੈ ਕੇ ਪੈ ਜਾਣਾ, ਨਹੀਂ ਤੇ ਖੁਦਾ ਤੁਹਾਨੂੰ ਬਾਹਰ ਕਰ ਦੇਗਾ। ਉਹਨੂੰ ਇਹੋ ਜਿਹੇ ਲੋਕ ਨਹੀਂ ਚਾਹੀਦੇ। ਹੁਣ ਹੋਣੀ ਆ ਸ਼ਾਂਤੀ। ਹੁਣ ਸ਼ਾਂਤੀ ਹੋ ਜਾਣੀ ਆ ਕਿਉਂਕਿ ਜਿਹੜੇ ਇਜ਼ੇਬਲ ਦਾ ਨਿਸ਼ਾਨ ਲੈ ਕੇ ਆਉਂਦੇ ਨੇ, ਆਪਣਾ ਮੂੰਹ ਖੁਦਾ ਦੇ ਬੱਚਿਆਂ ਦੇ ਮੂੰਹ ਵਰਗਾ ਬਣਾਉਣਾ। ਇਜ਼ੇਬਲ ਦਾ ਨਿਸ਼ਾਨ ਨਹੀਂ ਰੱਖਣਾ। ਤੋ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇ। ਮੈਨੂੰ ਪਤਾ ਹੈ ਜਿਹੜੇ ਤੇ ਆਗਿਆਕਾਰ ਨੇ ਆਖਣਗੇ ਪ੍ਰਭੂ ਤੇਰਾ ਧੰਨਵਾਦ, ਤੇ ਜਿਹੜੇ ਆਗਿਆਕਾਰ ਨਹੀਂਗੇ ਉਹਨਾਂ ਆਖਣਾ ਚੰਗਾ ਅੱਜ ਖਲੋਤਾ, ਇਹਨੇ ਸਾਨੂੰ ਛੱਡਿਆ ਹੀ ਨਹੀਂ। ਅਸਲ ਵਿੱਚ ਮੈਂ ਨਹੀਂ ਕਹਿੰਦਾ, ਤਾਲੀਆਂ ਵਜਾਓ, ਖੁਦਾ ਦਾ ਵਚਨ ਮਿਲਦਾ ਹੈ। ਇਸ ਵਚਨ ਦੇ ਪਿੱਛੇ ਚੱਲੋ। ਜੇ ਤੁਸੀਂ ਇਸ ਵਚਨ ਦੇ ਪਿੱਛੇ ਹੋ ਤੁਹਾਡੀ ਜਾਨ ਬਚ ਜਾਏਗੀ। ਹਾਲੇਲੂਇਆ। ਤੁਹਾਡੀ ਜਾਨ ਕੀ ਜਾਏਗੀ? ਬਚ ਜਾਏਗੀ। ਹੁਣ ਅਸੀਂ ਵੇਖਦੇ ਹਾਂ ਪੜ੍ਹਦੇ 8ਵੀਂ ਆਇਤ, ਕਿਉਂ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋਂ ਦਿਨ ਆਪਣੀ ਧਰਮੀ ਜਾਨ ਨੂੰ ਉਹਨਾਂ ਦੇ ਭੈੜਿਆਂ ਕਰਮਾਂ ਤੋਂ ਦੁਖੀ ਕਰਦਾ ਸੀ, ਤਾਂ ਪ੍ਰਭੂ ਨੂੰ ਨਿਉ ਦੇ ਦਿਨ ਠੀਕ ਸਜ਼ਾ ਹੇਠ ਰੱਖਣਾ ਚਾਹੀਦਾ। ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਉ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਜਿਹੜੇ ਭਗਤੀ ਕਰਦੇ ਨੇ, ਜਿਹੜੇ ਬੰਦਗੀ ਕਰਦੇ ਨੇ, ਮੈਨੂੰ ਪਤਾ ਰਾਤੀ ਵੀ ਅਠਵਾਲ ਦੇ ਵਿੱਚ 9, 10, 11 ਤੋਂ ਲੈ ਕੇ 3 ਵਜੇ ਤੱਕ ਲੋਕ ਬੰਦਗੀ 'ਚ ਬੈਠੇ ਹੋਏ ਸੀ। ਮੈਨੂੰ ਖੁਸ਼ੀ ਹੁੰਦੀ ਆ ਜੇ ਕੋਈ ਕਲੀਸਿਆ 2-4 ਘੰਟੇ 5 ਘੰਟੇ ਰਾਤ ਨੂੰ ਬੰਦਗੀ ਵਿੱਚ ਲਾਉਂਦੀ ਆ ਤੇ ਕੁਝ ਬਣ ਜਾਏਗਾ ਇਸ ਕਲੀਸਿਆ ਦਾ। ਅੱਜ ਸੌਂ ਕੇ ਹੀ ਦਿਨ ਕੱਢ ਲੈਣੇ ਨੇ ਤੇ ਫਿਰ ਕੀ ਬਣਨਾ ਬਈ? ਯਿਸੂ ਮਸੀਹ ਨੇ ਕਿਹਾ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ। ਮੱਤੀ 4:17 ਵਿੱਚ ਲਿਖਿਆ, ਉਸ ਵੇਲੇ ਯਿਸੂ ਪ੍ਰਚਾਰ ਕਰਨਾ ਤੇ ਕਹਿਣ ਲੱਗਾ ਭਈ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ
ਕਈ ਉਸਰੇ ਬੈਠੇ ਹੋਏ ਨੇ, ਉਹ ਕਹਿੰਦੇ ਮੈਂ ਤੇ ਕਰ ਹੀ ਨਹੀਂ ਸਕਦਾ, ਮੈਂ ਤੇ ਉਸਰੇ ਇੱਥੇ ਆਉਣਾ ਦਿਲ ਵਿੱਚ। ਤੁਹਾਡੇ ਉਸਰਾ ਆਉਣ ਦਾ ਕੀ ਫਾਇਦਾ? ਜਦੋਂ ਪ੍ਰਭੂ ਦਾ ਵਚਨ ਨਹੀਂ ਮੰਨਣਾ, ਫਿਰ ਆਉਣ ਦਾ ਕੀ ਫਾਇਦਾ ਹੈ? ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਉਂ ਆਏ ਹੋ, ਮੇਰੀ ਜਾਨ ਇਹ ਨਹੀਂ ਕਹਿ ਸਕਦੀ। ਮੈਂ ਇਹ ਕਹਿ ਸਕਦਾ ਹਾਂ ਕਿ ਯਿਸੂ ਮਸੀਹ ਦੇ ਵਚਨ ਨੂੰ ਵੀ ਕੀ ਕਰੋ, ਪੂਰਾ ਕਰੋ। ਕਿਉਂਕਿ ਇੱਕ ਪ੍ਰਚਾਰਕ ਦਾ ਇੱਕ ਕੰਮ ਹੈ, ਜਿਹੜਾ ਇੱਕ ਪ੍ਰਚਾਰਕ ਖਰੀ ਗੱਲ ਨਹੀਂ ਕਹਿ ਸਕਦਾ, ਸੱਚੀ ਗੱਲ ਨਹੀਂ ਕਹਿ ਸਕਦਾ, ਝੂਠ ਬੋਲਦਾ ਹੈ। ਔਰ ਯਾਦ ਰੱਖੋ, ਉਹਦਾ ਪਿੱਛਾ ਕਰਨਾ ਬੰਦ ਕਰ ਦਿਓ। ਇਸ ਕਰਕੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇਗਾ। तो ਅਸੀਂ ਵੇਖਦੇ ਹਾਂ ਕਿ ਲੂਤ ਦੇ ਦਿਨਾਂ ਦੇ ਲੋਕ ਵੀ, ਸਦੂਮ ਤੇ ਅਮੂਰਾ ਦੇ ਦਿਨਾਂ ਦੇ ਲੋਕ ਕੀ ਬਣ ਗਏ? ਖੁਦਾ ਦੀ ਅੱਗ ਦੇ ਨਾਲ ਨਮਕ ਬਣ ਕੇ ਰਹਿ ਗਏ। ਔਰ ਪ੍ਰਭੂ ਯਹੋਵਾ ਨੇ ਕਿਹਾ ਸੀ ਲੂਤ ਨੂੰ, ਭੱਜ ਜਾਓ ਔਰ ਪਿੱਛੇ ਮੁੜ ਕੇ ਨਾ ਵੇਖੋ। ਪਤਾ ਨਹੀਂ ਲੂਤ ਨੇ ਤੇ ਨਹੀਂ ਵੇਖਿਆ, ਉਹਦੀਆਂ ਦੋਨਾਂ ਧੀਆਂ ਨੇ ਨਹੀਂ ਵੇਖਿਆ, ਘਰ ਵਾਲੀ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਪਿੱਛੇ ਮੁੜ ਕੇ ਵੇਖਣ ਦਾ ਸੀ। और फिर की हो गया? ਉੱਥੇ ਨਮਕ ਦਾ ਖੰਭਾ ਬਣ ਗਿਆ। ਅੱਜ ਵੀ ਲਟਕੀ ਹੋਈ ਹੈ। ਮੈਂ ਵੇਖਿਆ 2012 ਵਿੱਚ, ਮੈਂ ਉਸ ਨੂੰ ਵੇਖਿਆ, ਇੱਧਰ ਦੀ ਰੋਡ ਜਾ ਰਹੀ ਸੀ ਸਿੱਧੀ, ਇਸ ਰੋਡ ਦੇ ਉੱਤੇ ਨਮਕ ਦਾ ਖੰਭਾ ਬਣੀ ਹੋਈ ਸੀ। ਮੇਰੇ ਅਜ਼ੀਜ਼ੋ, ਅਸਾਂ ਪ੍ਰਭੂ ਨੂੰ ਪਿਆਰ ਕਰਨਾ ਹੈ। ਹਾਲੇਲੂਇਆ। ਅਸੀਂ ਉਹਨੂੰ ਪਿਆਰ ਕਰਨਾ ਹੈ। ਤੇ ਅਬਰਾਹਮ ਦੀ ਪਤਨੀ ਸਾਰਾ ਦੀ ਕੀ ਕਰਨੀ ਹੈ? ਸਾਰਾ ਦੀ ਕੀ ਕਰਨੀ ਆ? ਰੀਸ ਕਰਨੀ ਆ। ਜਦੋਂ ਐਕਟਰ ਪਾਉਂਦੇ ਨੇ ਪੁੱਠੇ ਸਿੱਧੇ ਕੱਪੜੇ, ਤੇ ਫਿਰ ਬੀਬੀਆਂ ਭੈਣਾਂ ਵੀ ਉਹਨਾਂ ਦੀ ਕੀ ਕਰਦੀਆਂ ਨੇ? ਉਹਨਾਂ ਦੀ ਨਹੀਂ ਕਰਨੀ। ਹੱਥ ਉਠਾ ਕੇ ਆਖੋ, ਸਾਰਾ ਦੀ ਰੀਸ ਕਰਨੀ ਆ। ਭਾਈ ਲੋਕ ਯਾਦ ਰੱਖੋ, ਤੁਸੀਂ ਅਬਰਾਹਮ ਦੀ ਰੀਸ ਕਰਨੀ ਹੈ। ਕਿਉਂਕਿ ਜੋ ਕੁਝ ਅਬਰਾਹਮ ਕਹਿੰਦਾ ਸੀ, ਉਹ ਹੀ ਉਹਦੇ ਲੋਕ ਕਰਦੇ ਨੇ। ਹਾਲੇਲੂਇਆ। ਬਚ ਜਾਓ, ਸਮਾਂ ਬਹੁਤ ਥੋੜਾ ਰਹਿ ਗਿਆ। ਬਚ ਜਾਓ, ਬਹੁਤ ਥੋੜਾ ਸਮਾਂ ਰਹਿ ਗਿਆ ਹੈ। ਥੋੜੀਆਂ ਗੱਲਾਂ ਕਰ ਲੋ, ਬਹੁਤੀਆਂ ਨਾ ਕਰੋ, ਥੋੜੀਆਂ ਕਰ ਲੋ, ਪਰ ਬਹੁਤੀਆਂ ਗੱਲਾਂ ਯਿਸੂ ਨਾਲ ਕਰ ਲੋ। ਹਾਲੇਲੂਇਆ। ਬਹੁਤੀਆਂ ਗੱਲਾਂ ਗੋਡਿਆਂ ਪਰਨੇ ਹੋ ਕੇ ਕਰ ਲੋ। ਪ੍ਰਭੂ ਮੇਰੇ ਤੇ ਦਇਆ ਕਰ ਦੇ, ਮੇਰੇ ਪਤੀ ਤੇ ਦਇਆ ਕਰ ਦੇ, ਮੇਰੇ ਬੱਚਿਆਂ ਤੇ ਦਇਆ ਕਰ ਦੇ, ਮੇਰੇ ਘਰ ਤੇ ਦਇਆ ਕਰ ਦੇ, ਸਾਡਾ ਘਰ ਬਚਾ ਦੇ, ਸਾਡਾ ਘਰ ਬਚ ਜਾਵੇ। ਇਹ ਦੁਆ ਕਰੋ। ਜੇ ਇਹ ਦੁਆ ਨਹੀਂ ਆਉਂਦੀ, ਨਹੀਂ ਕਰਨ ਜੋਗੇ, ਤੇ ਫਿਰ ਸੰਗਤ ਵਿੱਚ ਆ ਕੇ ਬਹਿ ਜਾਓ। ਮੇਰੇ ਕੋਲ ਇਕੱਲੇ ਕੋ ਦੁਆ ਨਹੀਂ ਹੁੰਦੀ। ਚਲੋ ਮੈਂ ਵੀ ਤੁਹਾਡੇ ਵਿੱਚ ਬਹਿ ਕੇ ਕੀ ਕਰਦਾ ਹਾਂ? ਦੁਆ ਕਰਦਾ ਹਾਂ। ਹਾਲੇਲੂਇਆ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਪੜਾਂਗੇ ਯਹੂਦਾ ਦੀ ਪੱਤਰੀ। ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ, ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ। ਕਿਰਪਾ ਕਰਕੇ ਅਸੀਂ ਪੜਾਂਗੇ ਯਹੂਦਾ। ਯਹੂਦਾ ਇੱਕ ਹੀ ਅਧਿਆਇ ਹੈ, 6ਵੀਂ ਤੇ 7ਵੀਂ ਆਇਤ ਪੜ੍ਹ ਦਿਓ। ਹਾਂਜੀ ਜੀ ਪੜੋ। ਮੈਂ ਵੀ ਪੜੋ। ਅਤੇ ਉਹਨਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ, ਜਿਹੜੇ ਆਪਣੀ ਪਦਵੀ ਵਿੱਚ ਨਾ ਰਹੇ, ਸਗੋਂ ਆਪਣੇ ਅਸਲੀ ਟਿਕਾਣੇ ਨੂੰ ਛੱਡ ਦਿੱਤਾ। ਉਹਨੇ ਹਨੇਰ ਘੁੱਪ ਵਿੱਚ ਉਸ ਵੱਡੇ ਦਿਹਾੜੇ ਦੇ ਲਈ ਹਾਂਜੀ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ। ਉਹਨੇ ਇਹਨਾਂ ਨੂੰ ਕਿੱਥੇ ਰੱਖਿਆ ਹੈ? 6ਵੀਂ ਆਇਤ ਕਹਿੰਦੀ ਹੈ, ਉਹਨਾਂ ਦੂਤਾਂ ਨੂੰ। ਇਹ ਕਿਹੜੇ ਦੂਤ ਸਨ? ਆਓ ਅਸੀਂ ਹਿਜ਼ਕੀਏਲ ਦੀ
ਕਿਤਾਬ ਵਿੱਚ ਚਲੇ ਜਾਵਾਂਗੇ। ਹਿਜ਼ਕੀਏਲ ਦੀ ਕਿਤਾਬ ਉਸ ਦਾ 28 ਅਧਿਆਇ 16 17 ਨੂੰ ਪੜੋ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਨੂੰ ਪੜਨ ਲਈ ਜਾ ਰਹੇ ਹਾਂ ਜੀ। ਤੇਰੇ ਵਪਾਰ ਦੇ ਵਾਅਦੇ ਦੇ ਕਾਰਨ ਤੇਰੇ ਵਪਾਰ ਦੇ ਵਾਅਦੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ। ਉਹਨਾਂ ਤੇਰੇ ਵਿੱਚ ਕੀ ਭਰ ਦਿੱਤਾ? ਜ਼ੁਲਮ ਭਰ ਦਿੱਤਾ। ਪੜਾਂਗੇ। ਤੇ ਤੈਂ ਪਾਪ ਕੀਤਾ, ਤੂੰ ਪਾਪ ਕੀਤਾ, ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਇਸ ਲਈ ਮੈਂ ਤੈਨੂੰ ਪਰਮੇਸ਼ਰ ਦੇ ਪਰਬਤ ਪਰਬਤ ਉੱਤੋਂ ਤੋਂ ਨਾਪਾਕੀ ਵਾਂਗ ਨਾਪਾਕੀ ਵਾਂਗੂ ਕਿੱਥੇ ਸੁੱਟ ਦਿੱਤਾ? ਥੱਲੇ ਸੁੱਟ ਦਿੱਤਾ। ਹਾਲੇਲੂਇਆ। ਲੜਾਈ ਸਵਰਗ ਵਿੱਚ ਹੋਈ ਆ ਇੱਕੋ ਹੀ ਵਾਰ। ਤੁਸੀਂ ਹੁਣ ਮੈਨੂੰ ਪੁੱਛੋਗੇ ਕਿ ਸਵਰਗ ਵਿੱਚ ਵੀ ਲੜਾਈ ਹੁੰਦੀ ਆ? ਮੈਂ ਨਹੀਂ ਕਹਿੰਦਾ, ਬਾਈਬਲ ਚ। ਮੈਂ ਨਹੀਂ ਕਹਿੰਦਾ, ਬਾਈਬਲ ਕਹਿੰਦੀ। ਤਾਂ ਯਾਦ ਰੱਖੋ, ਜਦੋਂ ਇਹ ਫਰਿਸ਼ਤੇ ਜਿਹੜੇ ਸੀ ਲੂਸੀਫਰ ਦੇ ਨਾਲ ਹੋ ਗਏ, ਲੂਸੀਫਰ ਨੂੰ ਕਿਹਾ ਮੈਂ ਤੇਰੇ ਨਾਲ ਹਾਂ, ਅਸੀਂ ਤੇਰੇ ਨਾਲ ਹਾਂ। याद रखो लूसीफर कौन है? हाथ उठा के आखो शैतान है। बहुत सारे फरिश्तियां ने कहा असी तेरे नाल हां, असी तेरे नाल हां। याद रखो लूसीफर दे नाल रल गए। और जिथे खुदा ने ओनू लूसीफर नू थले सुट दिता, उथे ओदे साथियां नू भी थले सुट दिता। दोबारा पढ़ो इस आयत नू जो समझ विच आ रहा। ਤੇਰੇ ਵਪਾਰ ਦੇ ਵਾਅਦੇ ਦੇ ਕਾਰਨ तेरे व्यापार दे वादे दे कारण ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ। ਉਹਨਾਂ ਤੇਰੇ ਵਿੱਚ ਕੀ ਭਰ ਦਿੱਤਾ? ਜ਼ੁਲਮ ਭਰ ਦਿੱਤਾ। ਅਤੇ ਤੈਂ ਪਾਪ ਕੀਤਾ, ਤੂੰ ਪਾਪ ਕੀਤਾ। ਪੜਾਂਗੇ। ਇਸ ਲਈ ਮੈਂ ਤੈਨੂੰ ਖੁਦਾ ਬੋਲ ਰਿਹਾ ਇਸ ਹਿਜ਼ਕੀਏਲ ਦੇ ਵਿੱਚੋਂ ਦੀ ਉਹਦੇ ਮੂੰਹ ਥਾਣੀ ਬੋਲ ਰਿਹਾ, ਇਸ ਕਰਕੇ ਮੈਂ ਤੈਨੂੰ ਪਰਮੇਸ਼ਰ ਦੇ ਪਰਬਤ ਤੋਂ ਪਰਮੇਸ਼ਰ ਦੇ ਪਰਬਤ ਤੋਂ ਨਾਪਾਕੀ ਵਾਂਗ ਸੁੱਟ ਦਿੱਤਾ। ਬਾਕੀ ਵਾਂਗੂ ਤੇਰੇ ਚ ਕੋਈ ਪਵਿੱਤਰਤਾ ਹੀ ਨਹੀਂ ਰਹਿ ਗਈ। ਉਹਨੇ ਚੁੱਕ ਕੇ ਥੱਲੇ ਸੁੱਟ ਦਿੱਤਾ। ਪੜਾਂਗੇ। ਅਤੇ ਤੈਨੂੰ ਟੱਕਣ ਵਾਲੇ ਕਰੂਬੀ ਤੈਨੂੰ ਨੂੰ ਟੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿੱਚ ਅੱਗ ਵਾਲੇ ਪੱਥਰਾਂ ਵਿੱਚ ਕੀ ਕਰ ਦਿੱਤਾ? ਨਾਸ਼ ਕਰ ਦਿੱਤਾ। ਨਾਸ਼ ਕਰ ਦਿੱਤਾ। ਮੇਰੇ ਅਜੀਜ਼ੋ, ਜੇ ਖੁਦਾ ਦੂਤਾਂ ਨੂੰ ਮੈਂ ਤੀਸਰਾ ਚੌਥਾ ਹਵਾਲਾ ਦੇਣ ਦਿਆਂ, तो जे उन्होंने नहीं छड्डिया फिर असी किवें बचांगे? असी ते तां बचांगे जे असी प्रभु दी की कर रहे हैं? हाथ उठा के आखो आज्ञाकारी कर रहे हैं। मेरे भाइयों, नौजवान बच्चों, दिन मुक्कन वाले ने इन्हां दिनां दे विच अपने प्रभु दे नाल की हो लो? आज्ञाकार हो लो। मेरियो बीबियो भैनों, मैं तुहानू बेनती करदा हां, धीआं बेटियां नू बेनती करदा हां, इन्हां दिनां विच की हो लो? प्रभु दी आज्ञाकारी विच जाओ। हालेलूया। ओदे नाल वफादारी विच जाओ। और जिस तरह प्रभु कहता है उस तरह करो, जिस तरह वचन कहता उस तरह करो। और याद रखो, इस दुनिया नाल घट गल्लां करो और यीशु नाल वध गल्लां करो। जाना बच जाणगी, जाना की जाणगियां बच जाणगियां। और याद रखो, जे असी दुनिया दे नाल ही वो दुए गल्लां करदे रहे, पवित्रता ही रहनी नहीं। और पढ़ा के कुलसियां 3:8, साडा मुंह किहो जिहा होना चाहिए, साडी जुबान किहो जी होनी चाहिए, सानू किस तरह दे होना चाहिए। कुलसियां 3:8 ਨੂੰ ਅਸੀਂ प्रभु ਦੇ वचन ਦੇ ਵਿੱਚੋਂ ਪੜਾਂਗੇ। ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਵਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਖੁਦਾ ਸਾਡੇ ਮੂੰਹ ਨੂੰ ਸਾਫ਼ ਕਰ ਦੇਣਾ ਚਾਹੁੰਦਾ ਹੈ। ਹੁਣ ਤੁਸੀਂ ਕੋਪ, ਕ੍ਰੋਧ, ਬਦੀ,
ਦੁਰਵਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ ਪਰਾਂਗੇ। ਇੱਕ ਦੂਜੇ ਨਾਲ ਝੂਠ ਨਾ ਇੱਕ ਮਾਰੋ, ਦੂਏ ਨਾਲ ਝੂਠ ਨਾ ਬੋਲੋ। ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਕੀ ਕਰ ਦਿੱਤਾ ਹੈ? ਉਹਦੀਆਂ ਕਰਨੀਆਂ ਸਨੇ ਲਾ ਉਹਦੀਆਂ ਕਰਨੀਆਂ ਸਣੇ ਲਾ ਸੁੱਟਿਆ ਹੈ ਪਰਾਂਗੇ। ਅਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਬਣਦੀ ਨਵੀਂ ਬਣਦੀ ਜਾਂਦੀ ਮੈਂ ਹੈ। ਹੱਥ ਜੋੜ ਕੇ ਆਪਣੇ ਪ੍ਰਭੂ ਨੂੰ ਕਹਿੰਦਾ, ਤੁਸੀਂ ਨਵੇਂ ਸਿਰੋਂ ਨਵੀਂ ਸ੍ਰਿਸ਼ਟ ਬਣ ਜਾਓ, ਨਵੀਂ ਸ੍ਰਿਸ਼ਟ ਬਣ ਜਾਓ, ਕਿਉਂਕਿ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਕੀ ਕਰ ਦਿੱਤਾ ਹੈ? ਉਹਦੀਆਂ ਕਰਨੀਆਂ ਅਨੁਸਾਰ ਹੱਥ ਉਠਾ ਕੇ ਆਖੋ ਲਾ ਸੁੱਟਿਆ ਹੋਇਆ ਹੈ। ਹੁਣ ਨਹੀਂ ਉਹਨਾਂ ਦੇ ਨਾਲ ਜਾਣਾ, ਕਿਉਂਕਿ ਦੂਸਰਾ ਕਰੰਥੀਆਂ 5:17 ਚ ਲਿਖਿਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ ਉਹ ਨਵੀਂ ਸ੍ਰਿਸ਼ਟ ਹਨ। ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ ਤੇ ਵੇਖੋ ਕੀ ਹੋ ਗਈਆਂ, ਨਵੀਆਂ ਹੋ ਗਈਆਂ। ਹਾਲੇਲੂਇਆ, ਹਾਲੇਲੂਇਆ। ਕਈ ਵਾਰੀ ਰਿਸ਼ਤੇਦਾਰ ਸਾਡੀ ਤੌਬਾ ਤੇ ਡਾਂਗ ਮਾਰਦੇ ਨੇ, ਜ਼ੋਰ ਨਾਲ ਡਾਂਗ ਮਾਰਦੇ ਨੇ, ਔਰ ਕਹਿੰਦੇ ਨੇ ਲੈ ਤੂੰ ਕੋਈ ਅਨੋਖੀ ਤੌਬਾ ਕੀਤੀ ਆ, ਉਹ ਉਹਨਾਂ ਨੇ ਵੀ ਕੀਤੀ ਆ, ਫੜ ਤੂੰ ਇਸ ਤਰ੍ਹਾਂ ਕਰ। ਲੈ ਹੁਣ ਅਸੀਂ ਉੱਥੇ ਡੀਜੇ ਨਹੀਂ ਲਾਉਣਾ, ਤੌਬਾ ਡੀਜੇ ਲਾਉਣਾ ਥੋੜਾ ਮਨਾ ਕਰਦੀ ਆ। ਮੇਰੇ ਹੱਥ ਜੋੜੇ, ਡੀਜੇ ਲਾਉਣਾ ਮਨਾ ਕਰਦੀ। ਹਾਲੇਲੂਇਆ, ਯਿਸੂ ਦੀ ਗੱਲ ਮੰਨਣੀ ਆ। ਹਾਲੇਲੂਇਆ। ਔਰ ਜੇ ਰਿਸ਼ਤੇਦਾਰ ਹੈ ਤੇ ਉਹਨੂੰ ਗਵਾਹੀ ਦੇਣੀ ਆ ਵੀ ਮੈਂ ਯਿਸੂ ਮਸੀਹ ਨੂੰ ਕਬੂਲ ਕੀਤਾ ਹੋਇਆ, ਮੈਂ ਉਹਨੂੰ ਆਪਣੇ ਪ੍ਰਭੂ ਨੂੰ ਕੀ ਕਰ ਲਿਆ ਹੋਇਆ? ਕਬੂਲ ਕਰ ਲਿਆ ਹੋਇਆ। ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਂ ਹੁਣ ਇਸ ਤਰ੍ਹਾਂ ਕਰ ਨਹੀਂ ਸਕਦੀ, ਮੈਂ ਇਸ ਤਰ੍ਹਾਂ ਕਰ ਨਹੀਂ ਸਕਦਾ, ਕਿਉਂਕਿ ਮੈਂ ਆਪਣਾ ਜੀਵਨ ਖੁਦਾ ਯਿਸੂ ਮਸੀਹ ਨੂੰ ਦੇ ਦਿੱਤਾ ਹੋਇਆ। ਸਫਾਈ ਹੋ ਜਾਏ, ਹਾਲੇਲੂਇਆ, ਪਵਿੱਤਰਤਾਈ ਆ ਜਾਏ, ਆਗਿਆਕਾਰੀ ਆ ਜਾਏ, ਹੱਥ ਉਠਾ ਕੇ ਆਪੋ ਵਫਾਦਾਰੀ ਆ ਜਾਏ, ਪ੍ਰਭੂ ਨਾਲ ਪ੍ਰੇਮ ਹੋ ਜਾਏ। ਹਾਲੇਲੂਇਆ। ਔਰ ਉਹਦੇ ਨਾਲ ਚੱਲਣ ਵਾਲਾ ਜੀਵਨ ਹੋ ਜਾਏ, ਕਿਉਂਕਿ ਇੱਕ ਸੋਮੇ ਵਿੱਚੋਂ ਠੰਡਾ ਤੇ ਗਰਮ ਪਾਣੀ ਨਿਕਲ ਨਹੀਂ ਸਕਦਾ। ਇਸੇ ਤਰ੍ਹਾਂ ਇੱਕ ਮੂੰਹ ਵਿੱਚੋਂ ਬੁਰੇ ਤੇ ਚੰਗੇ ਸ਼ਬਦ ਦੋ ਨਹੀਂ ਨਿਕਲ ਸਕਦੇ, ਇੱਕੋ ਹੀ ਨਿਕਲਣਾ ਹੈ। ਔਰ ਮੂੰਹ ਕਾਹਦੇ ਲਈ? ਸ਼ੁੱਧ ਕਰ ਲੋ, ਕਿਉਂਕਿ ਅਸੀਂ ਪ੍ਰਭੂ ਦਾ ਕੀ ਕਰਨਾ ਹੈ? ਧੰਨਵਾਦ ਕਰਨਾ ਹੈ। ਹਾਲੇਲੂਇਆ। ਹੱਥ ਉਠਾ ਕੇ ਆਖਾਂਗੇ ਹਾਲੇਲੂਇਆ, ਹਾਲੇਲੂਇਆ। ਹੁਣ ਇਹ ਅੰਧ ਕੂਪਾਂ ਵਿੱਚ ਬੰਦ ਕਰ ਦਿੱਤੇ ਹੋਏ ਨੇ। ਕਿਹੜੇ ਦਿਨ ਦੇ ਲਈ? ਪ੍ਰਕਾਸ਼ ਵੀ ਦੀ 11ਵੀਂ ਆਇਤ ਦੇ ਦਿਨ ਲਈ। ਇਹ ਉਦਣ ਇਹਨਾਂ ਨੂੰ ਕੱਢਣਾ। ਪਤਾਲ ਨੇ ਵੀ ਮੁਰਦੇ ਮੋੜ ਦੇਣੇ ਨੇ, ਸਮੁੰਦਰ ਨੇ ਵੀ ਮੁਰਦੇ ਮੋੜ ਦੇਣੇ ਨੇ। ਯਾਦ ਰੱਖੋ, ਸਾਰੇ ਮੁਰਦੇ ਕੀ ਵੱਡੇ ਕੀ ਨਿੱਕੇ, ਇਹਨਾਂ ਸਭਨਾਂ ਦਾ ਨਿਆਂ ਹੋਵੇਗਾ। ਹਾਲੇਲੂਇਆ। ਕਿਉਂਕਿ ਨੂਹ ਦੇ ਦਿਨਾਂ ਦਾ ਸਮੁੰਦਰ ਨੇ ਉਹ ਮੁਰਦੇ ਮੋੜ ਦਿੱਤੇ, ਕਿਉਂਕਿ ਸਾਰੀ ਧਰਤੀ ਸਮੁੰਦਰ ਬਣ ਗਈ ਸੀ ਔਰ ਬਹੁਤ ਸਾਰੇ ਉੱਥੇ ਮਰ ਚੁੱਕੇ ਸਨ। ਔਰ ਮਰ ਗਏ ਸਨ, ਆਪਣੇ ਪਾਪ ਵਿੱਚ ਮਰ ਗਏ ਸੀ, ਆਪਣੀਆਂ ਬੁਰਾਈਆਂ ਬਦੀਆਂ ਵਿੱਚ ਮਰ ਗਏ ਸੀ, ਹਰਾਮ ਕਾਰੀਆਂ ਵਿੱਚ ਮਰ ਗਏ ਸੀ। ਔਰ ਅਸੀਂ ਦੇਖਦੇ ਹਾਂ ਜਦੋਂ ਮਰ ਗਏ ਔਰ ਪਾਣੀ ਵਿੱਚ ਰੁੜ ਗਏ, ਗਲ ਗਏ, ਔਰ ਯਾਦ ਰੱਖੋ ਅਸੀਂ ਦੇਖਦੇ ਹਾਂ ਉਹਨਾਂ ਨੂੰ ਵੀ ਵਚਨ ਸੁਣਾਉਣਾ ਜ਼ਰੂਰੀ ਸੀ। ਯਿਸੂ ਪਤਾਲ ਵਿੱਚ ਗਿਆ ਔਰ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ, ਉਹਨਾਂ ਕੈਦੀਆਂ ਨੂੰ ਪ੍ਰਚਾਰ ਕੀਤਾ, ਪਰ ਕੈਦੀ ਹੁਣ ਬਾਅਦ ਨਹੀਂ ਸੀ ਸਕਦੇ। ਇਹ ਦੱਸਿਆ ਗਿਆ ਕਿ ਵੇਖੋ ਨੂਹ ਤੁਹਾਡੇ ਦਿਨਾਂ ਦੇ ਵਿੱਚ 120 ਸਾਲ ਤੱਕ
ਕੀ ਕਰਦਾ ਰਿਹਾ? ਪ੍ਰਚਾਰ ਕਰਦਾ ਰਿਹਾ, ਪਰ ਤੁਸੀਂ ਉਹਦੀ ਪਰਵਾਹ ਨਹੀਂ ਕੀਤੀ। ਅੱਗ ਵਾਲੇ ਜਿਹੜੇ ਮੁਰਦੇ ਸੀ ਉਹ ਵੀ ਆ ਗਏ, ਪਤਾਲ ਵਾਲੇ ਵੀ ਆ ਗਏ, ਸਾਰੇ ਕੀ ਹੋ ਗਏ? ਇਕੱਠੇ ਹੋ ਗਏ। ਪੜ੍ਹਨਾ ਚਾਹੁੰਦੇ ਹੋ? ਪ੍ਰਕਾਸ਼ ਵੀ 11 ਤੋਂ ਸ਼ੁਰੂ ਕਰ ਦਿਓ, ਪ੍ਰਕਾਸ਼ ਵੀ 11 ਤੋਂ ਸ਼ੁਰੂ ਕਰ ਦਿਓ। ਵੇਖੋ ਕੀ ਹੋਵੇਗਾ। ਯਿਸੂ ਨਾਲ ਟੱਕਰਾ ਜ਼ਰੂਰ ਹੋਏਗਾ, ਯਿਸੂ ਨਾਲ ਮਿਲਾਪ ਜ਼ਰੂਰ ਹੋਏਗਾ। ਯਾਦ ਰੱਖੋ, ਜੇ ਤੁਸਾਂ ਨੂੰ ਜੀਵਨ ਦੇ ਦਿੱਤਾ ਤੇ ਖੁਸ਼ੀ ਦਾ ਮਿਲਾਪ ਹੋਏਗਾ, ਕਿਉਂਕਿ ਵਚਨ 'ਚ ਲਿਖਿਆ, ਦੂਸਰਾ ਕਰੰਥੀਆਂ 5:19 ਚ ਲਿਖਿਆ, ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ। ਇਹ ਮਿਲਾਪ ਬਹੁਤ ਵਧੀਆ ਹੈ। ਪਰ ਜਿਹੜਾ ਮਿਲਾਪ ਪ੍ਰਕਾਸ਼ 20:11 ਵਿੱਚ ਹੋਣਾ, 12 ਵਿੱਚ ਹੋਣਾ, 13 ਵਿੱਚ ਹੋਣਾ, ਇਹ ਤੇ ਨਿਆਂ ਹੋਣਾ ਵੀ ਜੋ ਕੁਝ ਤੁਸੀਂ ਕਰ ਲਿਆ ਬਸ ਆ ਜਾਓ ਜੀ, ਹੁਣ ਤੁਹਾਡਾ ਕੀ ਹੋਵੇਗਾ? ਨਿਆਂ ਹੋਵੇਗਾ। ਪੜਾਂਗੇ ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ, ਹਾਂਜੀ, ਅਤੇ ਉਹਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ। ਉਹਨੂੰ ਜਿਹੜਾ ਉਸ ਦੇ ਉੱਤੇ ਬਿਰਾਜਮਾਨ ਸੀ ਵੇਖਿਆ, ਜਿਹਦੇ ਸਾਹਮਣੇ ਧਰਤੀ ਅਤੇ ਆਕਾਸ਼ ਨਸ ਗਏ, ਜਿਹਦੇ ਸਾਹਮਣੇ ਧਰਤੀ ਅਤੇ ਆਕਾਸ਼ ਨਸ ਗਏ, ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ। ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਅੱਗੇ ਖਲੋਤੇ ਵੇਖਿਆ। ਪੜਾਂਗੇ, ਅਤੇ ਪੋਥੀਆਂ ਖੋਲੀਆਂ ਗਈਆਂ, ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ। ਅਤੇ ਮੁਰਦਿਆਂ ਦਾ ਦਿਓ, ਹਾਂਜੀ, ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ, ਹਾਂਜੀ, ਉਹਨਾਂ ਦੀਆਂ ਕਰਤੀਆਂ ਦੇ ਅਨੁਸਾਰ ਕੀਤਾ ਗਿਆ। ਮੇਰੇ ਅਜੀਜ਼ੋ, ਜਦੋਂ ਤੁਹਾਡਾ ਜਨਮ ਹੋਇਆ ਉਦੋਂ ਨਾਲ ਹੀ ਤੁਹਾਡੀ ਪੋਥੀ ਲਿਖਣੀ ਸ਼ੁਰੂ ਹੋ ਗਈ, ਉਦੋਂ ਹੀ ਸ਼ੁਰੂ ਹੋ ਗਈ। ਔਰ ਜਦੋਂ ਜਨਮ ਲਿਆ ਤੇ ਕਾਹਦੇ ਚ ਲਿਆ? ਇੱਕ ਭਾਈ ਨੇ ਬੜੀ ਦਲੇਰੀ ਕੀਤੀ, 2-3 ਹੋਰ ਭੈਣਾਂ ਨੇ ਦਲੇਰੀ ਕੀਤੀ। ਕਾਹਦੇ ਚ ਜਨਮ ਹੋਇਆ? ਹੱਥ ਉਠਾ ਕੇ ਕਹਿਣ ਵਾਲੇ, ਸਾਡਾ ਜਨਮ ਹੀ ਪਾਪ ਵਿੱਚ ਹੋਇਆ। ਇਹਦਾ ਮਤਲਬ ਉਦੋਂ ਹੀ ਲਿਖੇ ਗਏ, ਪਾਪ ਲਿਖਣੇ ਉਦੋਂ ਹੀ ਸ਼ੁਰੂ ਹੋ ਗਏ, ਪੋਥੀ ਬਾਣੀ ਉਦੋਂ ਹੀ ਸ਼ੁਰੂ ਹੋ ਗਈ। ਯਾਦ ਰੱਖੋ, ਜਵਾਨੀ ਦੇ ਪਾਪ, ਬਚਪਨ ਦੇ ਪਾਪ, ਯਾਦ ਰੱਖੋ ਅੱਖਾਂ ਦੇ ਪਾਪ, ਕੰਨਾਂ ਦੇ ਪਾਪ, ਜ਼ੁਬਾਨ ਦੇ ਪਾਪ, ਸੋਚਾਂ ਦੇ ਪਾਪ, ਇਹ ਸਾਰੇ ਲਿਖੇ ਗਏ। ਔਰ ਜੇ ਤੌਬਾ ਨਹੀਂ ਕੀਤੀ ਤੇ ਫਿਰ ਪੋਥੀ ਨਿਆਂ ਦੇ ਦਿਨ ਖੁੱਲੇ, ਜਦੋਂ ਤੁਹਾਡੇ ਕੋਲ ਕੋਈ ਸਮਾਂ ਹੀ ਰਹਿ ਨਹੀਂ ਗਿਆ ਹੋਵੇਗਾ, ਉਦੋਂ ਕੋਈ ਨਹੀਂ ਸਮਾਂ ਰਹਿ ਗਿਆ ਹੋਵੇਗਾ। ਯਾਦ ਰੱਖੋ, ਅਸੀਂ ਪ੍ਰਭੂ ਦੇ ਚਰਨਾਂ ਚ ਆਉਂਦੇ ਹਾਂ। ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਆਪਣੇ ਕਿਰਾਏ ਖਰਚਦੇ ਜੀ, ਔਰ ਆਪਣੇ ਕੰਮ ਛੱਡਦੇ ਜੀ, ਔਰ ਆਪਣੇ ਕੰਮ ਧੰਦੇ ਛੱਡ ਕੇ ਛੇਤੀ ਭਾਈ ਲੋਕ ਭੈਣਾਂ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਤੁਰੇ ਆਉਂਦੇ ਹੋ। ਕੋਈ ਗੱਡੀ ਤੇ, ਕੋਈ ਬੱਸ ਤੇ, ਕੋਈ ਮੋਟਰਸਾਈਕਲ ਤੇ, ਕੋਈ ਮਰੂਤੇ ਤੇ, ਕਿਸ ਤਰ੍ਹਾਂ ਤੁਸੀਂ ਆਉਂਦੇ ਹੋ, ਇਹ ਮੇਰਾ ਪ੍ਰਭੂ ਜਾਣਦਾ ਹੈ। ਜਦੋਂ ਤੁਸੀਂ ਆਉਂਦੇ ਹੋ, ਖੁਦਾ ਦਾ ਦੂਤ ਤੁਹਾਡੇ ਨਾਲ ਆਉਂਦਾ, ਉਹ ਤੁਹਾਡੇ ਨਾਲ ਤੁਹਾਡੇ ਘਰੋਂ ਤੁਰ ਪੈਂਦਾ ਹੈ, ਉਹ ਤੁਹਾਡੇ ਨਾਲ ਆਉਂਦਾ ਹੈ, ਕਿਉਂਕਿ ਯਿਸੂ ਮਸੀਹ ਨੇ ਕਿਹਾ, ਮੈਂ ਤੁਹਾਨੂੰ ਕਦੇ ਅਨਾਥ ਨਹੀਂ ਛੱਡਾਂਗਾ, ਮੈਂ ਜੋਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹੋਵਾਂਗਾ। ਹਾਲੇਲੂਇਆ। ਪੜਾਂਗੇ ਜ਼ਬੂਰ 121 ਦੂਸਰੀ ਆਇਤ ਪੜਾਂਗੇ। ਜ਼ਬੂਰ 121 ਦੀ ਦੂਸਰੀ ਆਇਤ ਪੜਾਂਗੇ। ਮੇਰੀ ਸਹਾਇਤਾ ਯਹੋਵਾ ਤੋਂ ਹੈ, ਮੇਰੀ ਸਹਾਇਤਾ ਯਹੋਵਾ ਤੋਂ ਹੈ, ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ। ਜਿਹੜਾ ਆਕਾਸ਼ ਅਤੇ ਧਰਤੀ ਦਾ ਕਰਤਾ ਹੈ। ਪੜਾਂਗੇ, ਉਹ ਤੇਰੇ ਪੈਰ ਨੂੰ ਡੋਲਣ ਨਾ ਉਹ ਦੇਵੇਗਾ, ਤੇਰੇ ਪੈਰ ਨੂੰ ਡੋਲਣ ਨਹੀਂ ਦੇਵੇਗਾ, ਤੇਰਾ ਰਾਖਾ ਨਾ ਭੁਲਾਵੇਗਾ। ਤੇਰਾ ਰੱਖ ਲਿਆ ਤੇ ਤੂੰ ਮੈਨੂੰ ਜਾਂਚ ਲਿਆ
ਖੁਦਾ ਤੁਹਾਨੂੰ ਕਿਰਪਾ ਦੇਵੇ। ਤੁਸੀਂ ਉਹਦੇ ਤੋਂ ਲੋਕ ਨਹੀਂ ਸਕਦੇ, ਮੈਂ ਨਹੀਂ ਲੋਕ ਸਕਦਾ, ਤੁਸੀਂ ਨਹੀਂ ਲੋਕ ਸਕਦੇ। ਭਾਈ ਲੋਗੋ, ਮੇਰੀਓ ਭੈਣੋ, ਧੀਓ, ਬੇਟੀਓ, ਤੁਸੀਂ ਵੀ ਲੋਕ ਨਹੀਂ ਸਕਦੇ, ਕਿਉਂਕਿ ਉਹ ਸਾਡਾ ਉੱਠਣਾ ਤੇ ਬੈਠਣਾ ਜਾਣਦਾ ਹੈ। ਸਾਡਾ ਰਾਖਾ ਨਾ ਸੌਂਦਾ ਹੈ ਤੇ ਨਾ ਅੰਗਲਾਉਂਦਾ ਹੈ। ਇਸ ਕਰਕੇ ਅਸੀਂ ਆਪਣੇ ਪ੍ਰਭੂ ਦੀ ਨਜ਼ਦੀਕੀ ਵਿੱਚ ਰਹਿਣਾ ਹੈ। ਅਸੀਂ ਕਿੱਥੇ ਰਹਿਣਾ? ਆਪਣੇ ਪ੍ਰਭੂ ਦੀ ਨਜ਼ਦੀਕੀ ਵਿੱਚ ਰਹਿਣਾ ਹੈ। ਰੱਬ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਆਓ ਅਸੀਂ ਯਹੂਦਾ ਦੇ ਲਾਗੇ ਚੱਲਦੇ ਹਾਂ। ਯਹੂਦਾ ਦੇ ਲਾਗੇ ਚੱਲਦੇ ਹਾਂ। ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਅੰਦਰੋਂ, ਅਸੀਂ ਉਸ ਦੀ 7ਵੀਂ ਆਇਤ ਪੜਾਂਗੇ। ਯਹੂਦਾ 1:7, ਜਿਵੇਂ ਸਦੋਮ ਅਤੇ ਅਮੂਰਾ ਅਤੇ ਉਹਨਾਂ ਦੇ ਨਾਮ ਸ਼ਾਮ ਦੇ ਨਗਰ ਇਹਨਾਂ ਵਾਂਗੂ ਹਰਾਮਕਾਰੀ ਕਰਕੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਗਏ ਹਨ, ਤਾਂ ਵੀ ਇਸੇ ਤਰ੍ਹਾਂ ਇਹ ਵੀ ਆਪਣੇ ਸੁਪਨਾ ਵਿੱਚ ਭ੍ਰਿਸ਼ਟ ਔਰ ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪ੍ਰਤਾਪ ਵਾਲਿਆਂ ਦੀ ਕੀ ਕਰਦੇ ਨੇ? ਨਿੰਦਿਆ ਕਰਦੇ ਨੇ। ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਨਾ ਨੂਹ ਵਾਲੇ ਬੱਚੇ, ਨਾ ਸਦੋਮ ਤੇ ਅਮੂਰਾ ਵਾਲੇ ਬੱਚੇ, ਨਾ ਹੋਣ ਵਾਲੇ ਬਚਣਗੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰ ਦਿੱਤਾ ਹੈ। ਇਨਕਾਰ ਕਿੱਥੇ ਕੀਤਾ ਹੈ? ਪਤਰਸ ਨੇ ਕਿਹਾ, ਰਸੂਲਾਂ ਦੇ ਕਰਤੱਵ 2:38 ਦੇ ਅੰਦਰ ਪਤਰਸ ਨੇ ਕਿਹਾ, ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ। ਬਸ ਇੱਥੋਂ ਹੀ ਇਨਕਾਰ ਸ਼ੁਰੂ ਹੋ ਜਾਂਦਾ। ਕਹਿੰਦੇ ਜੀ ਇਹ ਕੰਮ ਅਸਾਂ ਨਹੀਂ ਕਰਨਾ, ਫਿਰ ਹੋਰ ਕਿਹੜਾ ਕਰੋ? ਬਚਣ ਲਈ ਹੋਰ ਕੰਮ ਤੇ ਕੋਈ ਹੈ ਹੀ ਨਹੀਂ, ਬਚ ਜਾਣ ਲਈ ਹੋਰ ਕੁਛ ਹੈ ਹੀ ਨਹੀਂਗਾ। ਤੌਬਾ ਬਚ ਜਾਣ ਦੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਮੱਤੀ 4:17 ਦੇ ਅੰਦਰ ਲਿਖਿਆ, ਯਿਸੂ ਮਸੀਹ ਦੇ ਵਿਖੇ ਉਸੇ ਵੇਲੇ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਾਈ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆ। ਤੌਬਾ ਕਰਨ ਵਾਲੇ ਲਈ ਸਵਰਗ ਦਾ ਰਾਜ ਨੇੜੇ ਹੈ। ਦੂਸਰਾ ਹਵਾਲਾ ਦੇਣਾ ਚਾਹੁੰਦਾ, ਰਸੂਲਾਂ ਦੇ ਕਰਤੱਵ 3:19, ਇਸ ਲਈ ਤੌਬਾ ਕਰੋ ਅਤੇ ਮੁੜੋ, ਭਾਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ, ਦੁੱਖ ਦੇ ਨਹੀਂ, ਕਿਹੜੇ ਦਿਨ ਹੋਣ? ਹੱਥ ਕਹੋ, ਸੁੱਖ ਦੇ ਦਿਨ। ਭਾਈ ਸੁੱਖ ਦੇ ਦਿਨ ਤੇ ਖੁਦਾ ਦੀ ਹਜ਼ੂਰੀ ਵਿੱਚ ਹੁੰਦੇ ਨੇ। ਮੇਰੇ ਕੰਨਾਂ ਵਿੱਚ ਬਹੁਤ ਆਵਾਜ਼ਾਂ ਪੈਂਦੀਆਂ ਨੇ, ਆਸਮਾਨ ਵਾਲੀਆਂ ਆਵਾਜ਼ਾਂ ਨਹੀਂ। ਕੋਈ ਭੈਣ ਫੋਨ ਕਰਦੀ ਹੈ, ਭਾਈ ਜੀ ਦੁਆ ਕਰੋ, ਬੜੀ ਦੁਖੀ ਆ। ਮੈਂ ਫੇਰ ਉੱਠ ਕੇ ਬਹਿ ਜਾਣਾ, ਮੈਂ ਭੈਣ ਜੀ ਤੁਹਾਡੇ ਲਈ ਦੁਆ ਕਰ। ਕੋਈ ਭੈਣ ਦੁਆ ਕਰਦੀ, ਭਾਈ ਜੀ ਆਪ ਗੁੜੀਆ ਰੋਂਦੀ ਨਹੀਂ, ਚੋਪੀ ਨਹੀਂ ਕਰਦੀ, ਮੈਂ ਫੇਰ ਉੱਠ ਕੇ ਉਹਦੇ ਲਈ ਦੁਆ ਕਰਦਾ ਵਾਂ। ਮੈਂ ਕਹਿੰਦਾ, ਪ੍ਰਭੂ ਤੂੰ ਬੱਚਿਆਂ ਨੂੰ ਪਿਆਰ ਕਰਦਾ, ਇਸ ਬੱਚੀ ਨੂੰ ਕੀ ਕਰਦੇ? ਪਿਆਰ ਦੇ ਨਾਲ ਚੁੱਪ ਕਰ ਜਾਂਦੇ ਨੇ। ਯਾਦ ਰੱਖੋ, ਕੋਈ ਭੈਣ ਉੱਠ ਕੇ ਕਹਿੰਦੀ ਹੈ, ਭਾਈ ਜੀ ਨੀਂਦ ਹੀ ਨਹੀਂ ਆਉਂਦੀ, तो याद रखो किन्नियां आवाज़ां एक सेवक सुन सकता है। जे उन्हें फोन बंद किया होवे वफादार है कि बेवफादार? हाँ जी, यीशु मसीह ने विखे लिखा, यीशु मसीह है वफादार, यीशु मसीह है वफादार, न कभी वो भूलेगा न कभी वो छोड़ेगा। यीशु मसीह है। जिस पास ने फोन बंद किया होया, ਇਹਦੀ ਵਫਾਦਾਰੀ ਕਿੱਥੇ ਗਈ ਹੈ? ਇਹ ਨੀਂਦ ਦੇ ਝੋਕੇ ਲੈਣ ਦੀ ਖਾਤਰ ਇਹਨੇ ਫੋਨ ਹੀ ਬੰਦ ਕਰ ਛੱਡਿਆ ਹੋਇਆ। ਤੇ ਯਾਦ ਰੱਖੋ, ਸੇਵਕ 24 ਘੰਟੇ ਦੀ ਸੇਵਾਦਾਰੀ, ਸੇਵਕ ਦੀ 24 ਘੰਟੇ ਦੀ ਸੇਵਾਦਾਰੀ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਕੱਲ ਮੈਂ ਲਾਰੈਂਸ ਨੂੰ ਕਿਹਾ,
तारस कुछ दिन बीमार रह गया और गड्डी भी थोड़ी खराब सी। और पास्टर जॉर्ज ने वीरवाल को फोन किया, किथे कजे? मैं जिथे तैयार हो गया सी। कहती किथे आ गए जी? मैं क्या, मैं घरों तुरन लगा। याद रखो मोटरसाइकिल लिया 65 किलोमीटर जान ते 65 आउण हुंदा। धन्नवाद किया कि प्रभु तू मैनू कृपा दी, तू मेरे जीवन से दया की, तू मेरे जीवन से तरस किया। हालेलुया, हालेलुया। इस करके मेरे अजीजो एक प्रचारक नूं भजना पैना है, इनू दौड़ना पैना है, क्योंकि जे नहीं दौड़दा ते इहदी वफादारी खत्म। इहदी वफादारी कोई वफादारी नहीं है। मेरे अजीजो कई बारी जो मैं कदे थवाल तो आउंदा, कदे नशहरा तो आउंदा, कदे भाई सुच्चे दे पिंड तो आउंदा, ते फिर मैं देखना कि किहड़ा ट्रक हौली चल रहा उहदे मगर मगर ला रहा। क्योंकि फोन खोण वाले भी हैगे ने, सट्टा लाउण वाले भी हैगे ने, मोटरसाइकिल खोण वाले भी हैगे ने, सारे कुछ हैगे। साडा प्रभु सानू बचा के रखदा है। हालेलुया, हालेलुया। इस करके लिखत कहती आ ਉਹ रूहां ਜਿਹੜੀਆਂ कैद विच ਹਨ। ਹੁਣ मैं ਤੁਹਾਨੂੰ ਬ੍ਰਦਰ ਬ੍ਰੈਨਮ ਵੱਲ ਲੈ ਕੇ ਆਉਣ ਲੱਗਿਆ ਹਾਂ। ਬ੍ਰਦਰ ਬ੍ਰੈਨਮ 14 ਸਾਲ ਦੀ ਉਮਰ ਵਿੱਚ, 14 ਸਾਲ ਦਾ ਜੇ ਬੱਚਾ ਹੀ ਹੁੰਦਾ ਹੈ। ਇੱਥੇ ਪ੍ਰੇਮ ਦਾ ਬੇਟਾ ਸੈਮ 13 ਸਾਲ ਦਾ ਹੈ, ਉਹਦਾ ਦੋਸਤ ਜੀਵਨ 14 ਸਾਲ ਦਾ ਹੈ। 13-14 ਸਾਲ ਦੇ ਬੱਚੇ ਚਰਚ ਵਿੱਚ ਬਹੁਤ ਕੰਮ ਕਰਦੇ। मैं कहना धीआं बेटियां और जवान बच्चे, भाई शम्मी, भाई बब्बी का छोटा भाई और भाई अनवर और ये सारा परिवार इस घर के इस चर्च की बहुत सेवा करता। मैं प्रभु का इन्हां दे लई की करदा हां, धन्नवाद करदा हां। जदों एडा सारा ढेर भांडियां दा लगा हुंदा ते भाई भैणां निकलदे जांदे ने, ठीक है जी, दो फट का नहीं निकल जाओ, पर ये सेवा इन्होंने कर। अनवर सेवा करदा करदा चंगा हो गया। हालेलुया। ये बर्तनां दी सेवा करदा करदा नाल ही नीचा हुंदी आ, नाल ही छोटा अब्राहम हुंदा। हालेलुया। अब्राहम किदा क्या इदा की आई चे भजा फिरना उन्हें, जो तुसीं चल जाना ते इन्हां बच्चों ने दौड़ना वा। इन्हां ने सेवा करनी है। इस खुदा तुहानू बहुत बड़ी बरकत होवे। हालेलुया। भाई बब्बी है, बेटी रिंपी है, बच्चे ने, इजहाक भी इत्थे हैगा। और याद रखो एस्तर भी उन्होंने परिवार विच हैगी आ, स्तुति भी उन्होंने परिवार विच हैगी। हालेलुया। तो मैं 14 साल की गल करन लग्या, बस थोड़ा बहुत। मेरे अजीजो नबी 14 साल का सी, अचानक ਉਹਦੇ ਪੈਰਾਂ ਦੇ ਵਿੱਚ ਬੰਦੂਕ ਚੱਲ ਗਈ ਕਮਰੇ ਵਿੱਚ। जब बंदूक चल गई ते पैर ਜਿਹੜੇ ਸੀ ਉਹ ਫੱਟੜ ਹੋ ਗਏ, ਪੈਰਾਂ ਦੇ ਚਿੱਥੜੇ ਉੱਡ ਗਏ। 14 ਤੇ 9 ਦੋਵਾਂ ਨੂੰ ਰਲੋ। मेरा ख्याल भट्ठे वाले भाई छेती साहब कर लेंगे। हाँ जी, मेरे ख्याल ज्यादा छेती कर जाते। याद रखो 14 ते 6 20 ते 2 22 साल की उम्र का सी ब्रदर ब्रैनम, क्योंकि 14 साल का सी 1909 में 14 जन्म हुआ। मैं विच ऐड कर दिता 1909 में 14 जन्म होया और 9 तो लैके असी वेखते हैं कि ओदे 14 साल सन और बंदूक ओदे पैरों च चल गई। तुसी आखोगे बाइबल छड्ड के हुण तुसी बंदूकां वाल आ गए जी। नहीं, मैनूं दसना बड़ा जरूरी है क्योंकि ये संदेश नबी ने दिता। तो मैं दसना चाहता कि ओदे पैर लहू लहान हो गए, एडे एडे मोटे पैर हो गए
ਕਿਸੇ ਦਿਨ ਮੈਂ ਰੱਖਾਂਗਾ ਔਰ ਤੁਸੀਂ 2-2 ਕਾਪੀਆਂ ਘਰਾਂ ਵਿੱਚ ਲੈ ਜਾਓਗੇ ਤੇ ਸਾਡੇ ਸੰਦੇਸ਼ਾਂ ਦੇ ਢੇਰ ਮੁੱਕ ਜਾਣਗੇ। ਹਾਲੇਲੂਇਆ। ਨਾਲੇ ਅਸੀਂ ਬਚ ਜਾਵਾਂਗੇ। ਕਿਉਂ? ਅਸੀਂ ਲਾਇਬ੍ਰੇਰੀ ਨਹੀਂ ਬਣਾਉਣਾ ਚਾਹੁੰਦੇ, ਅਸਲ ਤੇ ਅਸੀਂ ਤੁਹਾਡੇ ਘਰਾਂ ਵਿੱਚ ਉਹ ਸੰਦੇਸ਼ ਦੇਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਉਹਨਾਂ ਨੂੰ ਪੜ੍ਹ ਲਓ। ਬਹੁਤ ਵੱਡੀ ਬਰਕਤ। ਬ੍ਰਦਰ ਬ੍ਰਾਨਮ ਨੂੰ ਦਵਾਈ ਸੰਗਾਈ ਗਈ। ਉਹਦੇ ਪੈਰ ਦੇ ਲੋਥੜੇ ਜਿਹੜੇ ਵਾਧੂ ਸੀ ਕੱਟਣ ਦੇ ਲਈ ਵੀ ਇਹਨੂੰ ਦਰਦ ਨਾ ਹੋਵੇ, ਉਹਨਾਂ ਨੇ ਉਹਨੂੰ ਦਵਾਈ ਸੰਗਾ ਦਿੱਤੀ। 8 ਘੰਟੇ ਬ੍ਰਦਰ ਬ੍ਰਾਨਮ ਬੇਹੋਸ਼ ਰਹਿ ਗਿਆ। ਔਰ ਪਹਿਲਾਂ ਤੇ ਬ੍ਰਦਰ ਬ੍ਰਾਨਮ ਦਰਸ਼ਨ ਵਿੱਚ ਉੱਪਰ ਚਲੇ ਗਏ, ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਦੋਵੇਂ ਹੀ ਪਾਸੇ ਵੇਖੇ, ਨਰਕ ਦਾ ਪੱਖ ਵੀ ਦਰਸ਼ਨ ਵਿੱਚ ਵੇਖਿਆ ਤੇ ਸਵਰਗ ਦਾ ਪੱਖ ਵੀ ਦਰਸ਼ਨ ਵਿੱਚ ਵੇਖਿਆ। ਇਸ ਕਰਕੇ ਉਹਨੇ ਸੰਦੇਸ਼ ਦਿੱਤਾ, ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ। ਜਦੋਂ ਉਹ ਉੱਤੋਂ ਥੱਲੇ ਆ ਰਿਹਾ ਸੀ ਔਰ ਉਹ ਕਹਿੰਦਾ ਮੈਂ ਥੱਲੇ ਡਿੱਗਦਾ ਜਾ ਰਿਹਾ ਸੀ, ਕਹਿੰਦਾ ਮੈਂ ਧਰਤੀ ਤੋਂ ਵੀ ਥੱਲੇ ਚਲੇ ਗਿਆ, ਕੁੱਪ ਹਨੇਰ ਵਿੱਚ ਚਲੇ ਗਿਆ। ਕਹਿੰਦਾ ਸੀ ਮੈਂ ਆਪਣੇ ਡੈਡੀ ਨੂੰ ਕਿਹਾ, ਡੈਡੀ ਮੈਂ ਥੱਲੇ ਜਾ ਰਿਹਾ ਹਾਂ, ਮੈਂ ਥੱਲੇ ਕੁੱਪ ਹਨੇਰ ਵਿੱਚ ਜਾ ਰਿਹਾ ਹਾਂ, ਮੇਰੇ ਪੈਰ ਕਿਤੇ ਅਟਕ ਨਹੀਂ ਰਹੇ, ਮੈਂ ਥੱਲੇ ਤੁਰਿਆ ਜਾ ਰਿਹਾ ਹਾਂ। ਔਰ ਉਹ 14 ਡੈਡੀ ਹੈ ਨਹੀਂ ਸੀ। फिर उन्हें अपनी मां को पुकारा और क्या, मम्मी मैं थले जा रहा हाँ, मेरी कोई मदद करो, मैं थले जान तो बच जावा। और उहदी मां भी उत्थे है नहीं सी। मेरे भाई भैनों, जदों तुहाडे ते बनेगी ना, उदों ना मां लागे होएगी ते ना प्यो लागे। असल च मैनूं इधर हथ करना चाहिए सी, ना मां लागे होएगी ना प्यो लागे होगा। हालेलुया। फिर उन्हें क्या, प्रभु यीशु जे तू मैनूं बचावें ते मैं जिंदगी भर तेरी सेवा करांगा। हालेलुया। और वो कहंदा जदों मैं उत्थे थल्ले जा रहा सी और कुछ बदरूआं सी, उन्हां दीयां अखां रंगीਆਂ ਹੋਈਆਂ ਸੀ, इत्थों अखां रंगीਆਂ ਹੁੰਦੀਆਂ ਸੀ, रंगीਆਂ ਹੋਈਆਂ ਸੀ ਤੇ ਉਹ ਨਰਕ ਵਿੱਚ ਕੀ ਕਰ ਰਹੀਆਂ ਸੀ, ਉਹ ਕਹਿੰਦਾ ਸੀ ਮੈਂ ਡਰ ਰਿਹਾ ਸੀ ਵੀ ਇਹ ਸਾਰੀਆਂ ਬਦਰੂਆਂ ਇੱਥੇ ਇਹੋ ਕੁਝ ਕਰਦੇ ਹੋ ਕਰ ਰਹੀਆਂ ਸੀ। और याद रखो, मैं कैस्ट सीडी कैस्ट ला के सुनी, नरक विच लोग चीकां ही मारी जाते ने, चीकां ही थल्लों तान हो जांदियां ने, पर के अंध कुप्पां विच की कीते हुए ने, बंद कीते होया छुट नहीं सकते जिन्ना चिर इन्हां दा न्याय ना होवे। रब तुहानूं बहुत बड़ी बरकत देवे। ब्रदर ब्रैनम ने दुआ की थी और वो दोनों दर्शन जिहड़े सी ओहदे कोल चले गए और ओहदियां अखां खुलियां। जिहड़ी भैन ने पैसे लाने सी और बाल दे नाल अपनी अखां पूंझ रही सी, रो रही सी, ओहदे लागे कह रही सी, डॉक्टर साहब किसी न किसी तरह इस बच्चे की जान बच जाए। कहता जो मैं दर्शन विच बाहर आया कि मैं अखां खोलियां, वो अजे भी भैन उत्थे रो रही सी। कहता मैं चंगा हो गया, तालियां बजाओ। मैं चंगा हो गया। भैन जी मेरे वाल वेख रहे सन। कहता मैं चंगा हो गया। कहता साडे घर ते रोटी का भी गुजारा औखा सी। उस भैन ने सारे बिल भुगता दिते, जिन्ने भी सन
ਸੰਦੇਸ਼ ਕਿਹੜਾ ਹੈ? ਉਹ ਰੂਹਾਂ ਜਿਹੜੀਆਂ ਕੈਦ ਵਿੱਚ ਹਨ, ਆਓ ਅੱਖਾਂ ਨੂੰ ਬੰਦ ਕਰ, ਦਵਾਈਆਂ ਹਾਲਤ ਵਿੱਚ ਹੋਵਾਂਗੇ, ਖੁਦਾਵੰਦ ਨੂੰ ਕਹਾਂਗੇ, ਖੁਦਾਵੰਦ ਮੈਂ ਆਪਣਾ ਮਸਲਾ ਹੁਣ ਠੀਕ ਕਰ ਲੈਣਾ ਚਾਹੁੰਦਾ, ਮੈਂ ਹੁਣ ਆਪਣਾ ਮਸਲਾ ਠੀਕ ਕਰ ਲੈਣਾ ਚਾਹੁੰਦਾ। ਪ੍ਰਭੂ ਮੇਰੇ ਜੀਵਨ ਤੇ ਦਇਆ ਕਰ ਜੇ, ਮੇਰੀ ਜ਼ਿੰਦਗੀ ਨੂੰ ਛੂ ਦੇ, ਹੱਥ ਉਠਾ ਕੇ ਦੁਆ ਕਰਾਂਗੇ। ਪ੍ਰਭੂ ਮੇਰੇ ਜੀਵਨ ਨੂੰ ਛੂ, ਮੇਰੀ ਜ਼ਿੰਦਗੀ ਨੂੰ ਛੂ। ਪ੍ਰਭੂ ਯਿਸੂ ਮਸੀਹ ਹੱਥ ਉਠਾ ਕੇ ਦੁਆ ਕਰਾਂਗੇ, ਸਾਬ ਦੁਆ ਕਰਾਂਗੇ। ਖੁਦਾਵੰਦ ਬਹੁਤ ਵੱਡੀ ਕਿਰਪਾ ਕਰੇ। ਹੱਥ ਉਠਾ ਕੇ ਆਪਣੀ